सतगुर कोट पैंडा आगे होए लेत है। ਜਿਹੜਾ ਘਰ ਤੋਂ ਤੁਰਿਆ ਨਾ ਉਹਦੀ ਉਹ ਚਰਨਾਂ ਦੀ ਧੂੜੀ ਪਵਿੱਤਰ ਬਣ ਜਾਂਦੀ ਖਾਲਸਾ ਜੀ, ਨਹੀਂ ਤਾਂ ਮਿੱਟੀ ਹੋ। ਤੇ ਉਹਦੇ ਚਰਨਾਂ ਨੂੰ ਭਾਈ ਨੰਦ ਲਾਲ ਜੀ ਕਹਿੰਦੇ ਕਿ ਸ਼ਬਦ ਕੁਰਬਾਨ ਖਾਕੇ ਰਾਹੇ ਸੰਗਤ ਦਿਲੇ ਗੋਇਆ ਆਰਜ਼ੂ ਕਰਦ। ਭਾਈ ਨੰਦ ਲਾਲ ਜੀ, ਗੁਰਸਿੱਖਾਂ ਦੀ ਧੂੜੀ ਤੋਂ ਮੈਂ ਕੁਰਬਾਨ ਜਾਵਾਂ, ਉਹ ਧੂੜੀ ਨੂੰ ਮੈਂ ਮੱਥੇ ਤੇ ਚੁੰਮ ਚੁੰਮ ਕੇ ਲਾਵਾਂ, ਕਦੀ ਮੱਥੇ ਤੇ ਲਾਵਾਂ, ਕਦੀ ਸਰੀਰ ਤੇ ਲਾਵਾਂ, ਕੁਰਬਾਨ ਜਾਵਾਂ ਉਸ ਧੂੜੀ ਤੋਂ, ਉਸ ਰਾਖ ਤੋਂ, ਉਸ ਗੁਰਸਿੱਖਾਂ ਦੇ ਚਰਨਾਂ ਤੋਂ ਜਿਹੜੇ ਰੋਜ਼ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਖਾਲਸਾ ਜੀਓ। ਇਸ ਕਰਕੇ ਆਪ ਸੂ ਸੰਗਤਾਂ ਵੱਡੇ ਭਾਗਾਂ ਵਾਲੇ ਹੋ। ਭਾਵੇਂ ਗੁਰੂ ਕਿਰਪਾ ਦੁਆਰਾ ਆਪ ਚੱਲ ਕੇ ਆਏ ਹੋ ਤੇ ਕਿਰਪਾ ਮਹਾਰਾਜ ਦੀ ਹੈ, ਪਰ ਫਿਰ ਵੀ ਜਿਹੜੇ ਜਿਹੜੇ ਹਾਜ਼ਰੀਆਂ ਭਰਦੇ ਹਨ ਉਹ ਸਭ ਧੰਤਾਂ ਦੇ ਪਾਤਰ ਹਨ। ਆਪਣੇ ਜੀਵਨ ਦਾ ਲਾਹਾ ਭਈ ਪ੍ਰਾਪਤ ਮਾਨੁਕ ਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੁਨੀਆ ਦੇ ਕੰਮ ਧੰਦੇ ਇਹ ਸਭ ਕਰ ਰਹੇ ਹਾਂ ਖਾਲਸਾ ਜੀ, ਪਰ ਉਹ ਕੰਮ ਧੰਦੇ ਕਿਸੇ ਲੇਖੇ ਨਹੀਂ ਪੈਣੇ ਜੇ ਇਹ ਕਾਰਜ ਕੀਤਾ ਤੇ। ਜੇ ਇਹ ਕਾਰਜ ਕਰ ਲਿਆ ਸਾਡੇ ਉਹ ਵੀ ਧੰਦੇ ਲੇਖੇ ਪੈ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹਦਾ ਭਾਵ ਅਰ ਸਮਝਣਾ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਹੋਰ ਜਿਹੜੇ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਣੇ, ਪਰ ਜੇ ਤੂੰ ਇਹ ਕਰ ਲਿਆ ਬਿਲ ਸਾਧ ਸੰਗਤ ਭਜ ਕੇਵਲ ਨਾਮ, ਸਾਧ ਸੰਗਤ ਵਿੱਚ ਆ ਕੇ ਜਪਿਆ ਹੈ ਵਾਹਿਗੁਰੂ 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 ਵਾਹਿਗੁਰੂ। ਫਿਰ ਜਿਹੜਾ ਵੀ ਕੰਮ ਧੰਦਾ ਕਰ ਉਹ ਤੇਰੀ ਕਿਰਤ ਬਣ ਜੇਗੀ, ਤੇਰੀ ਸੇਵਾ ਬਣ ਜੇਗੀ। ਬਸ ਉਹ ਤਾਂ ਲੇਖੇ ਪਵੇਗੀ ਜੇ ਮਨਾ ਸਾਧ ਸੰਗਤ ਵਿੱਚ ਆ ਕੇ ਗੁਰਸਿੱਖਾਂ ਦੀ ਧੂੜੀ ਗ੍ਰਹਿਣ ਕਰੇਗਾ, ਨਾਮ ਜਪ, ਗੁਰੂ ਕੀ ਬਾਣੀ ਨਾਲ ਜੋੜ, ਗੁਰਮਤਿ ਵਿਚਾਰ ਨੂੰ ਆਪਣੇ ਅੰਦਰ ਗ੍ਰਹਿਣ ਕਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਹੁਤ ਵੱਡਾ ਉਪਕਾਰ ਕਰ ਰਹੇ ਹਨ ਖਾਲਸਾ ਜੀਓ। ਸਾਰੀ ਮਨੁੱਖਤਾ ਲਈ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਹਨ। ਸ੍ਰੀ ਰਾਮਸਰ ਇਹ ਪਾਵਨ ਅਸਥਾਨ ਅੰਮ੍ਰਿਤਸਰ ਵਿੱਚ ਖਾਲਸਾ ਜੀਓ, ਜਿੱਥੇ ਸ਼ਹੀਦਾਂ ਦਾ ਪਾਵਨ ਸਥਾਨ ਹੈ, ਉਦੋਂ ਉਰਲੇ ਪਾਸੇ ਪਾਵਨ ਸਥਾਨ ਹੈ। ਉਹਦੇ ਇੱਕ ਕੰਢੇ ਤੇ ਗੁਰਦੁਆਰਾ ਹੈ ਸੁਖਮਨੀ ਸਾਹਿਬ ਦਾ, ਜਿੱਥੇ ਮਹਾਰਾਜ ਨੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਇਹ ਬਾਣੀ ਉਚਾਰਨ ਕੀਤੀ ਸੀ। ਉਹ ਇਸ ਕੰਢੇ ਤੇ ਹੈ, ਵਿਚਕਾਰ ਸਰੋਵਰ ਹੈ ਤੇ ਉਰਲੇ ਪਾਸੇ ਪਾਵਨ ਸਥਾਨ ਹੈ ਰਾਮਸਰ ਸਾਹਿਬ। ਰਾਮਸਰ ਸਰ ਨਾਲ ਸਰੋਵਰ ਇਕੱਠਾ ਹੀ ਹੈ, ਇਸ ਕਰਕੇ ਇਹ ਰਾਮਸਰ ਪਾਵਨ ਸਥਾਨ। ਜਦੋਂ ਉੱਥੇ ਮਹਾਰਾਜ ਜੀ ਪਹੁੰਚੇ ਹਨ, ਸਾਰੀ ਤਿਆਰੀ ਵੇਖੀ ਮਹਾਰਾਜ ਜੀ ਨੇ, ਮਹਾਰਾਜ ਬੜੇ ਖੁਸ਼ ਹੋਏ। ਸਤਿਗੁਰ ਕਹਿਣ ਲੱਗੇ, ਬੁੱਢਾ ਸਾਹਿਬ ਜੀ ਹੁਣ ਤੁਸੀਂ ਸਾਰੀਆਂ ਸੰਗਤਾਂ ਨੂੰ ਲੈ ਕੇ ਇੱਥੋਂ ਚਲੇ ਜਾਓ, ਤੇ ਜਿਹੜੀ ਵੀ ਸੰਗਤ ਇੱਧਰ ਆਵੇਗੀ ਉਹਨੂੰ ਇੱਧਰ ਨਾ ਆਉਣ ਦੇਣਾ, ਸਭ ਨੂੰ ਉੱਥੇ ਟਿਕਾਣਾ। ਤੁਸੀਂ ਸਾਡਾ ਸਰੂਪ ਹੋ, ਸਾਡੇ ਵਾਂਗ ਸਾਰੇ ਕਾਰਜ ਕਰੋ। ਸੰਗਤਾਂ ਨੂੰ ਗੁਰਬਾਣੀ ਨਾਲ ਜੋੜੋ, ਨਾਮ ਨਾਲ ਜੋੜੋ, ਆਪ ਕੀਰਤਨ ਕਰੋ, ਕੀਰਤਨ ਕਰਵਾਓ। ਸ੍ਰੀ ਹਰਿਮੰਦਰ ਸਾਹਿਬ ਬੈਠ ਕੇ ਸਾਰੀ ਸੇਵਾ ਹੁਣ ਤੁਸੀਂ ਕਰਿਆ ਕਰੋ, ਅਸੀਂ ਹੁਣ ਇੱਥੇ ਰਵਾਂਗੇ ਕੁਝ ਸਮਾਂ। ਇਹ ਕਹਿ ਕੇ ਮਹਾਰਾਜ ਜੀ ਨੇ ਬੁੱਢਾ ਸਾਹਿਬ ਜੀ ਨੂੰ ਤੋਰਿਆ, ਹੋਰ ਸਾਰੀਆਂ ਸੰਗਤਾਂ ਨੂੰ ਤੋਰ ਕੇ, ਤੇ ਭਾਈ ਗੁਰਦਾਸ ਜੀ ਕੇਵਲ ਉੱਥੇ ਹੀ ਹਨ ਖਾਲਸਾ ਜੀਓ। ਹੋਰ ਕੁਝ ਖਾਸ ਰੱਬ ਦੇ ਪਿਆਰੇ ਜਿਹੜੇ ਸੇਵਾ ਕਰਨ ਵਾਲੇ ਹਨ ਉਹ ਹਨ, ਕੁਝ ਲੰਗਰ ਬਣਾਉਣ ਵਾਲੇ, ਕੁਝ ਖਾਸ ਸੇਵਾ ਕਰਨ ਵਾਲੇ ਉਹ ਹਨ। ਤੇ ਧੰਨ ਭਾਈ ਗੁਰਦਾਸ ਜੀ, ਗੁਰੂ ਅਰਜਨ ਦੇਵ ਮਹਾਰਾਜ
ਹੁਣ ਕਿਵੇਂ ਖਾਲਸਾ ਜੀਓ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨੀ ਸ਼ੁਰੂ ਕਰ ਰਹੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੇ ਸੁਰਤੀ ਬਿਰਤੀ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਟ ਰਿਓ ਗੁਰਦਾਸ ਇਕ ਲਿਖਨ ਸੁਨਨ ਕੇ ਹੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਸ੍ਰੀ ਰਾਮਸਰ ਪਾਵਨ ਸਥਾਨ ਦੇ ਕੰਢੇ ਤੇ ਖਾਲਸਾ ਜੀਓ ਕੇਵਲ ਭਾਈ ਗੁਰਦਾਸ ਜੀ ਹਨ ਜੋ ਮੁੱਖ ਲਿਖਾਰੀ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਉਹੀ ਮਹਾਰਾਜ ਦੇ ਕੋਲ ਹਨ, ਉਹੀ ਮਹਾਰਾਜ ਤੰਬੂ ਵਿੱਚ ਬੈਠ ਕੇ ਵਾਰਤਾਲਾਪ ਕਰ ਰਹੇ ਹਨ। ਕੀਤਕ ਸੇਵਕ ਅਪਰ ਜੇ ਬੈਠੇ ਹੋਏ ਸੁਚੇਤ। ਤੇ ਕੁਝ ਸੇਵਕ ਹੋਰ ਹਨ ਜਿਹੜੇ ਸੁਚੇਤ ਹੋ ਕੇ ਸੇਵਾ ਕਰਨ ਵਾਲੇ ਹਨ, ਤਿਆਰ ਬਰ ਤਿਆਰ ਹੋ ਕੇ ਨਾਮ ਦੇ ਰਸੀਏ ਹਨ। ਉਹੀ ਮਹਾਰਾਜ ਦੇ ਕੋਲ ਹਨ। ਜੋ ਭਾਈ ਨਿਕਟ ਨ ਪਹੁੰਚਿਓ ਬਿਨਾ ਬੁਲਾਏ। ਤੇ ਮਹਾਰਾਜ ਜੀ ਦਾ ਹੁਕਮ ਹੈ ਭਾਈ ਸੇਵਕ ਸੇਵਾ ਕਰਨਾ, ਪਰ ਬਿਨਾ ਬੁਲਾਏ ਸਾਡੇ ਕਮਰੇ ਵਿੱਚ ਨਾ ਆਣਾ, ਕਮਰਾ ਭਾਵ ਤੰਬੂ ਵਿੱਚ ਨਾ ਆਣਾ। ਜਿਹੜੇ ਲੰਗਰ ਦੀ ਸੇਵਾ ਕਰਦੇ ਹਨ, ਕੱਪੜੇ ਧੋਣ ਦੀ ਸੇਵਾ ਕਰਦੇ, ਜਾਂ ਹੋਰ ਜੋ ਵੀ ਸੇਵਾ ਕਰ ਰਹੇ ਹਨ, ਉਹ ਸੇਵਾ ਕਰੋ ਆਪਣੀ ਖੁਸ਼ੀ ਨਾਲ, ਪਰ ਬਿਨਾ ਬੁਲਾਏ ਤੰਬੂ ਵਿੱਚ ਨਾ ਆਉਣਾ। ਜੋਂ ਦਿਸ਼ ਬੈਠੇ ਕਰ ਚੁਕਸਾਏ। ਤੇ ਚਾਰੋਂ ਪਾਸੇ ਚੌਕਸਾਈ ਕਰਕੇ ਵੀ ਕੋਈ ਕਮਰੇ ਵਿੱਚ ਨਾ ਆਵੇ, ਤੰਬੂ ਵਿੱਚ ਨਾ ਆਵੇ। ਸਾਰੇ ਗੁਰੂ ਕੇ ਪਿਆਰੇ ਆਪਣੀ ਆਪਣੀ ਸੇਵਾ ਵੀ ਕਰ ਰਹੇ ਹਨ ਤੇ ਚੁਕਸਾਈ ਵੀ ਰੱਖ ਰਹੇ ਹਨ। ਜੋ ਮਾਨਵ ਆਵੇ ਅਨਜਾਣੇ। ਤੇ ਜਿਹੜਾ ਕੋਈ ਮਾਨਵ ਅਣਜਾਣ ਹੀ ਉਸ ਪਾਸੇ ਆ ਜਾਂਦਾ ਹੈ, ਪਰ ਜੈ ਤਿਨੇ ਨਾ ਟਿਕਦੇ ਜਾਣੇ। ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ, ਭਾਈ ਗੁਰਸਿੱਖਾ ਅੰਦਰ ਨਾ ਜਾਈ। ਇਹ ਫਰਜ਼ ਹੈ ਗੁਰੂ ਕੇ ਚੌਬਦਾਰ ਦਾ, ਗੁਰੂ ਕੇ ਸਿਪਾਹੀ ਦਾ, ਗੁਰੂ ਕੇ ਪਹਿਰੇਦਾਰ ਦਾ, ਕਿ ਹੱਥ ਜੋੜ ਕੇ ਬੇਨਤੀ ਕਰਨੀ ਕਿ ਭਾਈ ਗੁਰਸਿੱਖਾ ਤੂੰ ਇਸ ਕਮਰੇ ਵਿੱਚ ਨਾ ਜਾਈਂ, ਇਸ ਤੰਬੂ ਵਿੱਚ ਨਾ ਜਾਈਂ, ਇੱਥੇ ਵੱਡਾ ਕਾਰਜ ਹੋ ਰਿਹਾ ਹੈ। ਇਮ ਇਕਾਕੀ ਹੋਏ ਗੁਰ ਪੂਰੇ। ਇਸ ਤਰ੍ਹਾਂ ਪੂਰੇ ਗੁਰੂ ਅਰਜਨ ਦੇਵ ਮਹਾਰਾਜ ਆਪ ਇਕਾਂਤ ਵਿੱਚ ਬੈਠ ਕੇ ਤਬ ਗੁਰਦਾਸ ਹਕਾਰ ਹਦੂਰੇ। ਤੇ ਮਹਾਰਾਜ ਨੇ ਆਪ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬੁਲਾਇਆ ਹੈ। ਨਿਕਟ ਬਿਠਾਏ ਮਨੋਰਥ ਭਾਖਾ। ਤੇ ਭਾਈ ਸਾਹਿਬ ਨੂੰ ਆਪਣੇ ਕੋਲ ਬਿਠਾ ਕੇ ਆਪਣੇ ਮਨ ਦਾ ਮਨੋਰਥ, ਜੋ ਮਨ ਦੀ ਇੱਛਾ ਹੈ, ਉਹ ਪ੍ਰਗਟ ਕੀਤੀ ਹੈ। ਸੁਨ ਭਾਈ ਹਮਰੀ ਅਭਿਲਾਖਾ। ਸੁਣੋ ਭਾਈ ਗੁਰਦਾਸ ਜੀ, ਇਹ ਸਾਡੇ ਮਨ ਦੀ ਤਮੰਨਾ ਹੈ। ਰਚੋ ਗ੍ਰੰਥ ਕੀ ਬੀੜ ਉਦਾਰੀ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ, ਅਜੇ ਗੁਰੂ ਨਾਮ ਨਹੀਂ ਦਿੱਤਾ ਖਾਲਸਾ ਜੀ। ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ ਬਾਣੀ ਗੁਰੂ ਹੈ, ਬਾਣੀ ਪਹਿਲਾਂ ਹੀ ਗੁਰੂ ਬਾਣੀ ਰੂਪ ਹੈ। ਸ਼ਬਦ ਗੁਰੂ ਸੁਰ ਧੁਨ ਚੇਲਾ, ਪਹਿਲੇ ਗੁਰੂ ਦਾ ਰਤਬਾ ਬਾਣੀ ਚ ਮਹਾਰਾਜ ਜੀ ਦਾ ਹੈ। ਤਾਂ ਹੀ ਮਹਾਰਾਜ ਕਹਿ ਰਹੇ ਹਨ ਕਿ ਭਾਈ ਗੁਰਦਾਸ ਜੀ ਤੁਸੀਂ ਗ੍ਰੰਥ ਸਾਹਿਬ ਦੀ ਇਹ ਪਾਵਨ ਬੀੜ ਤਿਆਰ ਕਰੋ। ਲਿਖ ਅੱਖਰ ਗੁਰਮੁਖੀ ਮਝਾਰੀ। ਤੇ ਗੁਰਮੁਖੀ ਲਿਪੀ ਵਿੱਚ ਸਾਰੇ ਅੱਖਰ ਲਿਖੋ ਜੀ। ਸ਼੍ਰੀ ਨਾਨਕ ਪੱਟੀ ਜੋ ਬਨਾਈ। ਜੋ ਗੁਰੂ ਨਾਨਕ ਮਹਾਰਾਜ ਜੀ ਦੀ ਆਸਾ ਰਾਗ ਚ ਪੱਟੀ ਬਾਣੀ ਹੈ। ਜਿਵੇਂ ਗੁਰੂ ਨਾਨਕ ਮਹਾਰਾਜ ਜੀ ਨੇ ਊੜਾ ਐੜਾ ਆਦਿਕ ਇਹ 35 ਅੱਖਰ ਲਿਖੇ ਸਨ, ਉਸ ਪੱਟੀ ਬਾਣੀ ਵਿੱਚ 35 ਅੱਖਰ ਕਰੇ ਸੁਹਾਈ। ਬੜੇ ਸੋਹਣੇ 35 ਅੱਖਰ ਹਨ। ਊੜੇ ਤੋਂ ਲੈ ਕੇ ੜਾੜੇ ਤੱਕ ਮਹਾਰਾਜ ਜੀ ਨੇ ਜਿਹੜੇ 35 ਅੱਖਰ ਲਿਖੇ ਹਨ। ਤਿੰਨ ਮੈਂ ਲਿਖੋ ਸਰਬ ਗੁਰਬਾਣੀ। ਤੁਸੀਂ ਸਾਰੀ ਗੁਰਬਾਣੀ ਉਹਨਾਂ 35 ਅੱਖਰਾਂ 'ਚ ਲਿਖੋ। ਇਹ ਗੁਰਮੁਖੀ ਲਿਪੀ ਹੈ, 35 ਅੱਖਰੀ ਹੈ।
ਤੁਸੀਂ ਇਸ ਵਿੱਚ ਲਿਖੋ, ਪਠਬੇ ਵਿਖੇ ਸੁਖੈਨ ਮਹਾਨੀ। ਤੇ ਜਿਹੜਾ ਜਿਹੜਾ ਪੜ੍ਹੇਗਾ ਉਹਨੂੰ ਸੁਖ ਸ਼ਾਂਤੀ ਪ੍ਰਾਪਤ ਹੋਵੇਗੀ। ਦੂਜੀ ਗੱਲ ਸੁਖੈਨ ਹੈ, ਇਹ ਬਾਣੀ ਇਤਨੀ ਸੁਖੈਨ ਹੈ ਕੋਈ ਵੀ ਪੜ੍ਹ ਲਵੇ। ਜਿਹੜਾ ਬੰਦਾ ਅਣਜਾਣ ਵੀ ਹੈ ਨਾ, ਜਿਹਨੂੰ ਕੋਈ ਸੰਸਕ੍ਰਿਤ ਨਹੀਂ ਆਉਂਦੀ, ਫਾਰਸੀ ਨਹੀਂ ਆਉਂਦੀ, ਇੰਗਲਿਸ਼ ਨਹੀਂ ਆਉਂਦੀ, ਕੋਈ ਲੋੜ ਨਹੀਂ ਇੱਧਰ। ਇੱਥੇ ਜਿਹੜਾ ਪੜ੍ਹੇਗਾ ਉਹਨੂੰ ਸੁਖੈਨ ਹੀ ਸਮਝ ਆ ਜਾਏਗੀ। ਜਿਨ ਕੀ ਬੁੱਧ ਮਹਿਦ ਅਧਿਕਾਈ। ਹਾਂ, ਜਿਹੜੇ ਬੰਦੇ ਬਹੁਤ ਪੜ੍ਹੇ ਲਿਖੇ ਹਨ, ਜਿਨ੍ਹਾਂ ਦੀ ਬੁੱਧੀ ਤੀਕਸ਼ਣ ਹੈ, ਉਹ ਅਭਿਆਸੇ ਵਿਦਿਆ ਪਾਈ। ਤੇ ਜਿਨ੍ਹਾਂ ਨੇ ਕਈ ਸਾਲਾਂ ਦਾ ਅਭਿਆਸ ਕਰਕੇ ਜਿਹੜੀ ਵਿਦਿਆ ਪ੍ਰਾਪਤ ਕੀਤੀ ਹੈ, ਬਹੁਤ ਬਰਖ ਲਗ ਪਠੇ ਵਿਚਾਰੇ। ਤੇ ਕਈ ਸਾਲ ਤੱਕ ਉਹ ਪੜ੍ਹਦੇ ਰਹੇ, ਵਿਚਾਰਦੇ ਰਹੇ ਹਨ। ਸੋ ਤਬ ਜਾਣੇ ਸਾਰ ਅਸਾਰੇ। ਤੇ ਕਈ ਸਾਲਾਂ ਤੱਕ ਅਭਿਆਸ ਕਰਕੇ, ਵਿਦਿਆ ਪੜ੍ਹ ਕੇ, ਧਰਮ ਗ੍ਰੰਥ ਪੜ੍ਹ ਕੇ ਜਾਣਨਗੇ ਕਿ ਸਾਰ ਇਹ ਹੈ, ਅਸਾਰ ਇਹ ਹੈ, ਸੱਚ ਇਹ ਹੈ, ਝੂਠ ਇਹ ਹੈ, ਤਤ ਨਿਚੋੜ ਇਹ ਹੈ, ਬਾਕੀ ਸਾਰਾ ਕੂੜਾ ਕਬਾੜ ਇਹ ਹੈ। ਉਹ ਇਹ ਜਾਣਦੇ ਹਨ। ਇਸ ਤਤ ਕੋ ਗੁਰਮੁਖੀ ਮਝਾਰੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਹੜੇ ਬਹੁਤੇ ਵਿਦਵਾਨ ਆਲਮ ਫਾਜ਼ਲ ਕਈ ਸਾਲਾਂ ਦਾ ਅਭਿਆਸ ਕਰਕੇ 18 ਸਾਲ, 20 ਸਾਲ, 25 ਸਾਲ ਪੜ੍ਹਦੇ ਹਨ, ਪਾਠਸ਼ਾਲਾ ਵਿੱਚ, ਕਾਂਸ਼ੀ ਵਿੱਚ ਜਾ ਕੇ ਵਿਦਿਆ ਗ੍ਰਹਿਣ ਕਰਦੇ ਹਨ। ਤੇ ਬਹੁਤ ਕਠਿਨ ਵਿਦਿਆ ਸੰਸਕ੍ਰਿਤ ਹੈ, ਵੇਦਾਂ ਦੀ ਵਿਦਿਆ ਹੈ, ਬਹੁਤ ਔਖਾ ਹੈ। ਪਰ ਉਹ ਸਾਰਾਂ ਦਾ ਅਸਾਰ ਕੀ ਹੈ? ਅਸਾਰ ਪਰੇ ਕਰ ਦੇਣਾ। ਤੇ ਸਾਰ ਤਤ ਨਿਚੋੜ ਕੀ ਹੈ? ਵੇਦਾ ਮੈਂ ਨਾਮ ਉੱਤਮ, ਇਹ ਉੱਤਮ ਨਾਮ ਮਹਾਰਾਜ ਜੀ ਨੇ ਬਾਹਰ ਕੱਢ ਲਿਆ ਹੈ। ਅੱਖੋ ਸਤਨਾਮ। ਸ੍ਰੀ ਵਾਹਿਗੁਰੂ। ਵੇਦਾ ਮਹਿ ਨਾਮ ਉੱਤਮ। ਜੋ ਗਿਆਨ ਗ੍ਰੰਥਾਂ ਵਿੱਚ ਨਾਮ ਸ੍ਰੇਸ਼ਟੀ, ਉਹ ਸ੍ਰੇਸ਼ਟ ਮਹਾਰਾਜ ਜੀ ਨੇ ਬਾਹਰ ਕੱਢ ਲਿਆ ਹੈ। ਇਹ ਸਾਰ ਹੈ, ਇਹ ਤਤ ਨਿਚੋੜ ਹੈ ਗੁਰੂ ਕੀ ਬਾਣੀ। ਇਹ ਸਭ ਨੂੰ ਸੁਖੈਨ ਸਮਝ ਆਵੇਗੀ। ਲਿਖੇ ਸੁਗਮ ਸ਼ਰਦਾ ਔਰ ਤਾਰੀ। ਤੇ ਐਸੇ ਗੁਰੂ ਕੇ ਪਿਆਰੇ ਇਸ ਬਾਣੀ ਨੂੰ ਸੁਖੈਨ ਹੀ ਲਿਖ ਲੈਣਗੇ, ਸੁਖੈਨ ਹੀ ਸਮਝ ਲੈਣਗੇ, ਜਿਹੜੇ ਆਪਣੇ ਮਨ ਵਿੱਚ ਸ਼ਰਧਾ ਧਾਰ ਕੇ ਪੜਨਗੇ। ਸਹਿਸਕ੍ਰਿਤ ਅਰ ਤੁਰਕਨ ਭਾਸ਼ਾ। ਤੇ ਸੰਸਕ੍ਰਿਤੀ ਸੰਸਕ੍ਰਿਤੀ ਅਤੇ ਤੁਰਕਾਂ ਦੀ ਭਾਸ਼ਾ ਹੈ ਅਰਬੀ ਫਾਰਸੀ। ਇਸ ਮੈਂ ਲਿਖ ਲੈ ਹੈ ਬੁੱਧੀ ਰਾਸਾ। ਜਿਹੜੇ ਬੁੱਧੀਵਾਨ ਗੁਰੂ ਕੇ ਪਿਆਰੇ ਹਨ, ਉਹ ਆਪੇ ਹੀ ਇਸ ਬਾਣੀ ਨੂੰ, ਗੁਰਮੁਖੀ ਅੱਖਰਾਂ ਨੂੰ ਸੰਸਕ੍ਰਿਤ ਵਿੱਚ, ਉਰਦੂ ਫਾਰਸੀ ਵਿੱਚ, ਅਰਬੀ ਵਿੱਚ, ਹੋਰ ਅਨੇਕਾਂ ਭਾਸ਼ਾ ਵਿੱਚ ਆਪੇ ਲਿਖ ਲੈਣਗੇ। ਖਾਲਸਾ ਜੀ, ਅੱਜ ਅਨੇਕਾਂ ਭਾਸ਼ਾ 'ਚ ਉਲੱਥੇ ਹੋਏ ਹਨ। ਬਾਬਾ ਦੀਪ ਸਿੰਘ ਜੀ ਨੇ ਇੱਕ ਅਰਬੀ ਭਾਸ਼ਾ ਵਿੱਚ ਗ੍ਰੰਥ ਲਿਖਿਆ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਉਹ ਭੇਜਿਆ ਸੀ ਅਰਬ ਕੰਟਰੀ ਵਿੱਚ। ਪੜ੍ਹੇ ਲਿਖੇ ਸਨ, ਉਰਦੂ ਫਾਰਸੀ ਅਰਬੀ ਪੜ੍ਹੇ ਸਨ। ਤੇ ਐਸੇ ਗੁਰੂ ਕੇ ਪਿਆਰੇ ਹੋਣਗੇ ਅੱਗੇ, ਉਹ ਆਪੇ ਹੀ ਗੁਰੂ ਕੀ ਬਾਣੀ ਨੂੰ ਹੋਰ ਭਾਸ਼ਾਵਾਂ 'ਚ ਲਿਖ ਕੇ ਉਹਦਾ ਪ੍ਰਚਾਰ ਕਰਨਗੇ। ਸਭ ਉਪਰ ਪਸਰੇ ਏ ਧਾਈ। ਤੇ ਸਭਨਾਂ ਉੱਤੇ ਇਹ ਬਾਣੀ ਪਸਰ ਜਾਵੇਗੀ, ਦੌੜ ਦੌੜ ਕੇ ਪਸਰੇਗੀ। ਧਾਈ ਕਹਿੰਦੇ ਦੌੜ ਦੌੜ ਕੇ। ਭਾਵ ਸਭ ਤੋਂ ਸ੍ਰੇਸ਼ਟ ਗੁਰੂ ਕੀ ਬਾਣੀ ਹੈ, ਹਰ ਭਾਸ਼ਾ 'ਚ ਇਹਦਾ ਉਲੱਥਾ ਹੋ ਜਾਵੇਗਾ। ਜਿਮ ਜਲ ਪਰ ਸੋ ਚਿਕਨਤਾ ਪਾਈ। ਜਿਵੇਂ ਜਲ ਉੱਤੇ ਚਿਕਨਤਾ ਆ ਜਾਂਦੀ ਨਾ, ਛਿੰਦਾ ਜਾ ਜਾਂਦਾ ਹੈ, ਉਹ ਦਿਖਦਾ ਹੈ ਤੇ ਸਭਨਾਂ ਉੱਤੇ ਛਾ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ, ਇਹ ਗੁਰਮੁਖੀ ਲਿਪੀ ਬਾਣੀ ਇਹ ਸਭਨਾਂ ਉੱਤੇ ਛਾ ਜਾਵੇਗੀ। ਕਿਰਤ ਕਰਤ ਗ੍ਰਸਤੀ ਮਤ ਥੋਰੀ। ਜਿਹੜੇ ਗ੍ਰਸਤੀ ਗੁਰੂ ਕੇ ਪਿਆਰੇ ਕਿਰਤ ਕਰਦੇ ਹਨ, ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ, ਮਤ ਥੋੜੀ ਹੈ ਜਿਨ੍ਹਾਂ ਦੀ। ਸੁਗਮ ਪਠੇ ਵਿਦਿਆ ਜਿਨ ਲੋਰੀ। ਤੇ ਐਸੇ ਗੁਰੂ ਕੇ ਪਿਆਰੇ ਇਸ ਬਾਣੀ ਨੂੰ ਸੁਖੈਨ ਹੀ ਪੜ੍ਹ ਲੈਣਗੇ। ਜਿਨ੍ਹਾਂ ਨੂੰ ਲੋੜ ਹੋਵੇਗੀ ਨਾ, ਗੁਰੂ ਕੇ ਪਿਆਰੇ ਨਾਮ ਦੇ ਅਭਿਆਸੀ, ਕਿਰਤ ਕਰਨ ਵਾਲੇ ਗ੍ਰਸਤੀ ਰੱਬ ਦੇ ਪਿਆਰੇ ਹਨ। ਜਿਹੜੇ ਜਿਹੜੇ ਇਸ ਬਾਣੀ ਨੂੰ ਪੜਨਗੇ,
ਉਹਨਾਂ ਨੂੰ ਸੁਖੈਨ ਹੀ ਸਮਝ ਆ ਜਾਵੇਗੀ। ਪ੍ਰਗਟੈ ਗਾਡੀ ਰਹਾਉ ਵਿਸਾਲਾ। ਜਿਵੇਂ ਗੱਡੀ ਰਾਹ ਤੇ ਚੱਲਦੀ ਹੈ, ਕਦੀ ਦੇਖਣਾ ਲੋ ਪਥ ਗਾਮਨੀ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਲੋ ਪਥ ਗਾਮਨੀ, ਇਹਨੂੰ ਕਹਿੰਦੇ ਟ੍ਰੇਨ। ਲੋਹੇ ਦਾ ਰਸਤਾ ਹੈ, ਪਥ ਰਸਤਾ, ਗਾਮਨੀ ਗਮਨ ਕਰਨ ਵਾਲੀ। ਉਹ ਟ੍ਰੇਨ ਜਾਂਦੀ ਕਿੱਥੇ? ਪਟਰੀ ਤੇ ਜਾਂਦੀ ਹੈ ਨਾ, ਸਿੱਧਾ ਤੁਰੀ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਕੀ ਬਾਣੀ ਜਿਹੜਾ ਪੜ੍ਹੇਗਾ ਉਹ ਸਿੱਧਾ ਹੀ ਤੁਰੇਗਾ ਖਾਲਸਾ ਜੀ, ਸਿੱਧਾ ਸੱਚਖੰਡ ਹੀ ਜਾਣਾ ਹੈ। ਜਿਵੇਂ ਟ੍ਰੇਨ ਨੇ ਇੱਥੋਂ ਜਾਣਾ ਹੈ ਨਾ, ਸਿੱਧਾ ਦਿੱਲੀ ਜਾਣਾ ਹੈ, ਤੇ ਉਸ ਗੁਰੂ ਕੇ ਪਿਆਰੇ ਨੇ ਸਿੱਧਾ ਸੱਚਖੰਡ ਹੀ ਜਾਣਾ ਹੈ। ਇਹ ਗੁਰੂ ਕੀ ਬਾਣੀ ਐਸਾ ਸੁਖੈਨ ਰਸਤਾ ਹੈ। ਚਲੇ ਜੋ ਨੈ ਭੂਲੇ ਕਿਸ ਕਾਲਾ। ਜਿਹੜਾ ਗੁਰੂ ਕੀ ਬਾਣੀ ਅਨੁਸਾਰ ਤੁਰੇਗਾ ਉਹ ਕਦੀ ਭੁੱਲੇਗਾ ਨਹੀਂ। ਜਿਵੇਂ ਗੱਡੀ ਨੂੰ ਪਕੜ ਸਿੱਧਾ ਤੁਸੀਂ ਆਪਣੇ ਮੰਜ਼ਲ ਤੇ ਪਹੁੰਚ ਜਾਓ, ਜਿਹਨੂੰ ਕਹਿੰਦੇ ਭੂਤਣੀ ਵੀ ਕਹਿੰਦੇ ਖਾਲਸਾ ਪੰਥ। ਖਾਲਸੇ ਬੰਦੇ ਬੋਲੇ ਹਨ ਤੇਜਾ ਸਿੰਘ ਤੇ ਭੂਤਣੀ। ਤੇਜਾ ਸਿੰਘ ਕਹਿੰਦੇ ਜਿਹੜਾ ਨਾ ਹੁੰਦਾ ਨਾ ਟ੍ਰੇਨ ਦਾ ਇੰਜਨ, ਉਹ ਹੈ ਤੇਜਾ ਸਿੰਘ, ਤੇ ਭੂਤਣੀ ਕੇ ਪਿੱਛੇ ਸਭ ਡੱਬੇ ਹਨ। ਤੇ ਖਾਲਸਾ ਪੰਥ ਜਦੋਂ ਤੁਰਦਾ ਹੈ ਤੇ ਖਾਲਸਾ ਪੰਥ ਕਬਜ਼ਾ ਕਰਦਾ ਹੈ ਸਾਰੇ ਅਸਥਾਨਾਂ ਉੱਤੇ। ਖਾਲਸਾ ਜੀ ਉਹਦੀ ਮੰਜ਼ਿਲ ਕੀ ਹੈ? ਆਪਣੇ ਆਸਨ ਤੇ ਬੈਠ ਕੇ ਰੱਬ ਦੇ ਨਾਮ ਨਾਲ ਜੁੜਨਾ ਹੈ ਖਾਲਸਾ ਜੀ। ਇਸ ਕਰਕੇ ਐਸੀ ਬਾਣੀ ਜਿਹੜਾ ਜਿਹੜਾ ਪੜ੍ਹੇਗਾ, ਇਹਦੀ ਵਿਚਾਰ ਕਰੇਗਾ, ਬੜੀ ਸੂਖਮ ਬਾਣੀ ਹੈ, ਬੜੀ ਸਹਿਜ ਬਾਣੀ ਹੈ ਤੇ ਆਨੰਦ ਦੇਣ ਵਾਲੀ ਹੈ। ਜਿਹੜਾ ਪੜ੍ਹੇਗਾ ਸਹੀ ਖਾਲਸਾ ਜੀਓ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਬਾਣੀਆਂ ਸਿਰ ਬਾਣੀ, ਕਿ ਸਾਰੀ ਬਾਣੀਆਂ ਤੋਂ ਸ਼੍ਰੋਮਣੀ ਬਾਣੀ ਇਹ ਹੈ ਖਾਲਸਾ ਜੀ। ਇਹ ਇਤਨੀ ਸੂਖਮ ਬਾਣੀ ਹੈ, ਸਹਿਜ ਬਾਣੀ ਹੈ, ਸਰਲ ਬਾਣੀ ਹੈ। ਜਿਹੜਾ ਜਪੇਗਾ ਆਪਣੀ ਮੰਜ਼ਿਲ ਤੇ ਆਪੇ ਪਹੁੰਚ ਜਾਵੇਗਾ। ਲਿਖੋ ਗੁਰਮੁਖੀ ਅੱਖਰਾਂ ਤੇ। ਇਸ ਕਰਕੇ ਭਾਈ ਗੁਰਦਾਸ ਜੀ ਤੁਸੀਂ ਗੁਰਮੁਖੀ ਅੱਖਰਾਂ ਨੂੰ ਲਿਖੋ। ਸਗਲ ਜਗਤ ਮੈਂ ਹੋਏ ਬਖਿਆ ਤੇ ਇਹੀ ਗੁਰਮੁਖੀ ਅੱਖਰ ਸਾਰੇ ਜਗਤ ਵਿੱਚ ਪ੍ਰਸਿੱਧ ਹੋ ਜਾਣਗੇ। ਜਿੱਥੇ ਜਿੱਥੇ ਦੁਨੀਆ ਵਿੱਚ ਕੋਈ ਵੀ ਬੰਦਾ ਹੈ ਨਾ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਕਿਸੇ ਧਰਮ ਦਾ ਬੰਦਾ ਹੈ, ਉਹ ਆਪੇ ਹੀ ਬਾਣੀ ਨੂੰ ਪੜ੍ਹੇਗਾ, ਉਹਨੂੰ ਸੁਖੈਨ ਹੀ ਸਮਝ ਆ ਜਾਏਗੀ। ਸ਼ਰਧਾਵੰਤੇ ਪਠੇ ਸੁਖੈਨ। ਤੇ ਜਿਹੜੇ ਸ਼ਰਧਾ ਵਾਲੇ ਖਾਸ ਹਨ, ਖਾਸ ਸ਼ਰਧਾ ਵਾਲੇ, ਖਾਸ ਨੇਮੀ ਪ੍ਰੇਮੀ ਹਨ ਗੁਰੂ ਕੇ ਪਿਆਰੇ, ਉਹ ਸੁਖੈਨ ਹੀ ਇਹਨੂੰ ਪੜ੍ਹ ਲੈਣਗੇ। ਸ਼ਰਧਾ ਵਾਲੇ ਦੇ ਮਨ ਵਿੱਚ ਖਾਲਸਾ ਜੀ ਆਪੇ ਹੀ ਵਿਚਾਰ ਆ ਜਾਂਦੀ ਹੈ। ਜਿਹੜੇ ਕਿੰਤੂ ਪਰੰਤੂ ਵਾਲੇ, ਅੱਜ ਕੱਲ ਕਈ ਵਿਦਵਾਨ ਕਹਿਣ ਲੱਗੇ ਜੀ ਨਾੜੇ ਦੀ ਕੀ ਲੋੜ ਹੈ, ਨਾੜੇ ਦੀ ਕੀ ਲੋੜ ਹੈ, ਨੰਗੇ ਦੀ ਕੀ ਲੋੜ ਹੈ, ਨੰਗੇ ਦੀ ਕੀ ਲੋੜ ਹੈ। ਅੱਖਰ ਬੋਲਣੇ ਨਹੀਂ ਆਉਂਦੇ ਨਾ, ਕਈਆਂ ਨੇ ਕਹਿਣਾ ਸ਼ੁਰੂ ਕਰਤਾ ਹੈ। ਤੁਸੀਂ ਬਹੁਤੇ ਪੜ੍ਹਦੇ ਨਹੀਂ ਹੋਣੇ। ਐਮਏ ਵਿੱਚ ਇੱਕ ਸਬਜੈਕਟ ਹੈ ਐਮਏ ਪੰਜਾਬੀ ਦਾ। ਪੰਜਾਬੀ ਵਿੱਚ ਕਈ ਅੱਖਰ ਅੱਜ ਕੱਲ ਲਿਖਣ ਲੱਗੇ ਆ ਨੋਟਸ ਵਿੱਚ ਕਿ ਨਾਣੇ ਦੀ ਕੀ ਲੋੜ ਹੈ ਜੀ। ਨੰਗਾ ਅੱਖਰ ਇਹਨੂੰ ਬਾਹਰ ਕੱਢ ਦੋ, ਨੰਗਾ ਅੱਖਰ ਬਾਹਰ ਕੱਢ ਦੋ। ਇੰਗਲਿਸ਼ ਵਧੀਆ ਹੈ ABCD, ਇਹ ਮੁਰੀ ਹੈ ਭਾਈ। ਆਪਣੇ ਬੰਦੇ ਹੀ ਇਸ ਪੰਜਾਬੀ ਤੇ ਗੁਰਮੁਖੀ ਤੇ ਕਿੰਤੂ ਕਰ ਰਹੇ ਆ। ਕਿਉਂ ਕਿੰਤੂ ਕਰ ਰਹੇ? ਜਿਨ੍ਹਾਂ ਕੋਲ ਜ਼ਿਆਦਾ ਕੱਫੇ ਆ ਜਾਣ ਮਾਇਆ ਦੇ, ਕਿੰਤੂ ਉਹੀ ਕਰਦੇ ਖਾਲਸਾ ਜੀ। ਜਿਨ੍ਹਾਂ ਦੀ ਬੁੱਧੀ ਫਿਰ ਜਾਵੇ ਨਾ ਪੜ ਪੜ ਕੇ, ਕਿੰਤੂ ਉਹੀ ਕਰਦੇ ਆ। ਜਿੱਥੇ ਸ਼ਰਧਾ ਹੈ ਉੱਥੇ ਰੱਬੀ ਬਾਣੀ ਦਾ ਇਲਹਾਮ ਆਪੇ ਹੁੰਦਾ ਖਾਲਸਾ ਜੀ। ਜਿੱਥੇ ਗੁਰੂ ਦੀ ਬਖਸ਼ਿਸ਼ ਹੈ ਉੱਥੇ ਕੋਈ ਕਿੰਤੂ ਨਹੀਂ। ਗੁਰਬਾਣੀ ਸਾਰੇ ਅੱਖਰ ਹਨ। ਗੰਗਾ ਗਿਆਨ ਨਹੀਂ ਮੁਖ ਬਾਤਾਓ। ਦੇਖੋ ਗੰਗੇ ਦਾ ਅੱਖਰ ਮਾਲ ਦੇ ਪ੍ਰਯੋਗ ਕੀਤਾ, ਗੰਗਾ। ਨੰਨਾ ਜਾਣੋ ਦ੍ਰਿੜ ਸਹੀ, ਜੰਜੇ ਅੱਖਰ ਦਾ ਮਹਾਰਾਜ ਨੇ ਸਿੱਖਿਆ ਦਿੱਤੀ ਹੈ। ਹਰ ਅੱਖਰ ਦੁਆਰਾ ਮਹਾਰਾਜ ਜੀ ਸਾਨੂੰ ਸਿੱਖਿਆ ਦੇ ਰਹੇ ਹਨ, ਪਰ ਅਸੀਂ ਆਪ ਹੀ ਨਹੀਂ ਪੜ੍ਹ ਕੇ ਰਾਜੀ। ਕਦੀ ਪੜੋ ਪੱਟੀ ਬਾਣੀ, 52 ਅੱਖਰੀ ਓਂਕਾਰ ਬਾਣੀ, ਉਹਨਾਂ ਸਭ ਅੱਖਰਾਂ ਦੁਆਰਾ ਸਿੱਖਿਆ ਬਖਸ਼ਿਸ਼ ਕੀਤੀ ਹੈ ਵੀ ਇਹ ਅੱਖਰ ਇਸ ਤਰ੍ਹਾਂ ਬੋਲਣਾ ਹੈ, ਇਹਦੀ ਭਾਵ ਅਰਥ ਇਹ ਹੈ, ਇਹ ਇਸ ਤਰ੍ਹਾਂ ਕਹਿੰਦਾ ਹੈ। ਸਾਰੇ ਅੱਖਰਾਂ ਦੁਆਰਾ ਸਿੱਖਿਆ ਦੇ ਰਹੇ ਮਹਾਰਾਜ। ਇਸ ਕਰਕੇ ਸਤਿਗੁਰੂ ਜੀ ਇਹੀ ਕਹਿ ਰਹੇ, ਭਾਈ ਗੁਰਦਾਸ ਜੀ
ਇਹ ਗੁਰਮੁਖੀ ਅੱਖਰ ਹਨ, ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਲਿਖੋ। ਜਾਣੈ ਹਰ ਸਿਮਰਨ ਗਤ ਦੇਨ। ਇਹ ਜਿਹੜਾ ਜਿਹੜਾ ਇਹਨਾਂ ਨੂੰ ਜਾਣੇਗਾ, ਗੁਰਬਾਣੀ ਨਾਲ ਜੁੜੇਗਾ, ਉਹਦੇ ਅੰਦਰ ਆਪੇ ਹੀ ਸਿਮਰਨ ਚੱਲ ਜਾਵੇਗਾ ਤੇ ਆਪੇ ਹੀ ਖਾਲਸਾ ਜੀ ਉਹਦੀ ਗਤੀ ਹੋ ਜਾਵੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਈ ਗੁਰਸਿੱਖਾਂ ਦੀ ਇਹ ਵਿਚਾਰ ਹੈ ਕਿ ਅਸੀਂ ਤਾਂ ਬਾਣੀ ਪੜ੍ਹਦੇ ਆ, ਨਾਮ ਘੱਟ ਜਪਦੇ ਆ। ਕਈਆਂ ਨੂੰ ਸ਼ੌਂਕ ਹੁੰਦਾ ਹੈ ਵੀ ਬਾਣੀ ਜ਼ਿਆਦਾ ਪੜ੍ਹੀਏ ਤੇ ਨਾਮ ਉਹ ਘੱਟ ਜਪਦੇ ਨੇ, ਤੇ ਬਾਣੀ ਪੜਨ ਆਪੇ ਨਾਮ ਚੱਲ ਜਾਏਗਾ ਖਾਲਸਾ ਜੀਓ। ਤੇ ਕਈ ਨਾਮ ਜ਼ਿਆਦਾ ਜਪਦੇ ਨੇ, ਬਾਣੀ ਘੱਟ ਪੜਦੇ। ਕੋਈ ਗੱਲ ਨਹੀਂ ਭਾਈ, ਗੱਲ ਦੋਵੇਂ ਇੱਕੋ ਹੀ ਹੈ। ਆਪੇ ਮਹਾਰਾਜ ਬਖਸ਼ਿਸ਼ ਕਰ ਦੇਣਗੇ, ਤੁਹਾਨੂੰ ਬਾਣੀ ਨਾਲ ਵੀ ਜੋੜਨਗੇ, ਨਾਮ ਨਾਲ ਵੀ ਜੋੜਨਗੇ। ਪਰ ਜੁੜੇ ਰਹੋ, ਜੁੜੇ ਰਵਾਂਗੇ, ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗੇ। ਜੇ ਟੁੱਟ ਗਏ ਤਾਂ ਪਤਾ ਨਹੀਂ ਮੰਜ਼ਿਲ ਕਿੱਥੇ, ਅਸੀਂ ਕਿੱਥੇ ਹੋਣਾ ਖਾਲਸਾ ਜੀ। ਇਸ ਕਰਕੇ ਬਾਣੀ ਅਤੇ ਨਾਮ ਇੱਕੋ ਹੀ ਸਰੂਪ ਹੋ ਜਾਣਗੇ। ਇਨਕੀ ਮਹਿਮਾ ਮਹਾ ਬੇਰਾਮੋ। ਤੇ ਭਾਈ ਗੁਰਦਾਸ ਜੀ, ਇਹ ਗੁਰਮੁਖੀ ਅੱਖਰਾਂ ਦੀ ਮਹਿਮਾ ਬਹੁਤ ਜ਼ਿਆਦਾ ਹੈ। ਵਿਦ ਤੇ ਜਗ ਗੁਰਮੁਖੀ ਸੋ ਨਾਮੋ। ਤੇ ਸਾਰੇ ਸਮਾਜ ਵਿੱਚ ਇਹ ਗੁਰਮੁਖੀ ਅੱਖਰ ਪ੍ਰਸਿੱਧ ਹੋ ਜਾਣਗੇ। ਦੇਖੈ ਪਠੇ ਲਿਖੇ ਸਨਮਾਨੈ। ਜਿਹੜਾ ਦਰਸ਼ਨ ਕਰੇਗਾ ਇਹਨਾਂ ਅੱਖਰਾਂ ਦੇ, ਇਹਨਾਂ ਨੂੰ ਪੜ੍ਹੇਗਾ, ਸਨਮਾਨ ਕਰੇਗਾ ਸ਼ਰਧਾ ਦੇ ਸਹਿਤ। ਨਿਜ ਪਾਤਕ ਕਾਤਕ ਇਤ ਠਾਨੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਮਹਾਰਾਜ ਵੱਡੀ ਗੱਲ ਹੀ ਕਹਿ ਰਹੇ ਨੇ। ਕੋਈ ਦਰਸ਼ਨ ਵੀ ਕਰ ਲਵੇ ਨਾ ਇਹਨਾਂ ਅੱਖਰਾਂ ਨੂੰ, ਗੁਰਬਾਣੀ ਦੇ ਅੱਖਰਾਂ ਨੂੰ, ਸਨਮਾਨ ਕਰ ਲਵੇ, ਮੱਥਾ ਟੇਕ ਲਵੇ। ਜਿਹੜੇ ਪੜ੍ਹੇ ਲਿਖੇ ਨਹੀਂ, ਉਹਨਾਂ ਨੇ ਕੀ ਹੈ, ਮੱਥਾ ਹੀ ਟੇਕਣਾ ਹੈ। ਉਹਨਾਂ ਦੇ ਸਾਰੇ ਪਾਪ ਆਪੇ ਖਤਮ ਹੋ ਜਾਣਗੇ। ਕਵੀ ਨਿਹਾਲ ਸਿੰਘ ਜੀ ਹੋਏ, ਉਹਨਾਂ ਦਾ ਇੱਕ ਛੰਦ ਹੈ ਛੋਟਾ ਜਿਹਾ। ਦਰਸ ਪਰਸ ਕੀਨੇ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨ ਮੰਤਰ ਕੇ ਪੁੰਨ ਰੂਪ ਧਾਰਤੇ। ਜਿਨ੍ਹਾਂ ਨੇ ਦਰਸ਼ਨ ਕਰ ਲਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਪਰਸਨ ਛੂ ਲਿਆ ਮਹਾਰਾਜ ਜੀ ਨੂੰ। ਜਿਹੜੇ ਗੁਰੂ ਕੇ ਵਜ਼ੀਰ ਰੋਜ਼ ਛੂੰਦੇ ਆ ਨਾ, ਉਹਨਾਂ ਦਾ ਬੇੜਾ ਪਾਰ ਆਪੇ ਹੋ ਜਾਣਾ ਸ਼ਰਧਾ ਨਾਲ। ਦਰਸ ਪਰਸ ਕੀਨੇ ਗੁਰੂ ਗ੍ਰੰਥ ਮਹਾਰਾਜ ਜੂ ਕੇ, ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਜਨਮਾਂ ਜਨਮਾਂ ਦੇ ਪਾਪ ਸਾਰੇ ਖਤਮ ਹੋ ਜਾਣੇ ਹਨ। ਗੁਰੂ ਕੀ ਬਾਣੀ ਨੂੰ ਸ਼ਰਵਣ ਕਰ ਲੋ ਭਾਈ। ਸ਼ਰਵਣ ਨਹੀਂ ਕਰਨਾ, ਦਰਸ਼ਨ ਹੀ ਕਰ ਲੋ। ਉਹ ਦਰਸ਼ਨ ਨਹੀਂ ਕਰਨਾ, ਮੱਥਾ ਹੀ ਟੇਕ ਲੋ ਭਾਈ। ਰੱਬ ਕਰਕੇ ਮੱਥਾ ਟੇਕਣਾ, ਸ਼ਰਧਾ ਕਰਕੇ, ਸਾਰੇ ਪਾਪ ਜ਼ਰੂਰ ਖਤਮ ਹੋਣਗੇ। ਚਤਰ ਗੁਰੂ ਕੇ ਸ਼ਬਦ ਮੁਕੰਦੇ। ਤੇ ਭਾਈ ਸਾਹਿਬ ਜੀ, ਚਾਰ ਗੁਰੂ ਸਾਹਿਬਾਨ ਦੇ ਜਿਹੜੇ ਸ਼ਬਦ ਹਨ, ਉਹ ਮੁਕਤੀ ਦੇਣ ਵਾਲੇ ਹਨ। ਬਿਖ ਪੋਥੀ ਤੁਮ ਲਿਖੋ ਆਨੰਦੇ। ਇਹ ਚਾਰ ਪੋਥੀਆਂ ਹਨ। ਤੁਸੀਂ ਚਾਰ ਪੋਥੀਆਂ ਨੂੰ ਪ੍ਰਕਾਸ਼ ਕਰਕੇ ਵੇਖੋ ਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਲਿਖੋ। ਸਭ ਵੇਦਨ ਕੋ ਸਾਰ ਨਿਕਾਰਾ। ਜਿਵੇਂ ਵੇਦ ਕਹਿੰਦੇ ਧਰਮ ਗ੍ਰੰਥ, ਗਿਆਨ ਦੇ ਗ੍ਰੰਥ, ਤੇ ਗੁਰੂ ਨਾਨਕ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਚਾਰ ਗੁਰੂ ਸਾਹਿਬਾਨ ਨੇ ਸਾਰਾ ਸਾਰ ਨਿਚੋੜ ਕੱਢ ਕੇ ਇਹਨਾਂ ਬਾਣੀ ਦੇ ਅੱਖਰਾਂ ਵਿੱਚ। ਮਤ ਸਾਗਰ ਜਿਮ ਰਤਨ ਉਧਾਰਾ। ਜਿਵੇਂ ਦੇਵਤਿਆਂ ਨੇ, ਦੈਂਤਾਂ ਨੇ ਜਦੋਂ ਸਾਗਰ ਨੂੰ ਮੱਥਿਆ ਸੀ ਨਾ, ਤੇ ਉਥੋਂ ਰਤਨ ਕੱਢੇ, ਉਪ ਰਤਨ ਕੱਢੇ, ਬਹੁਤ ਕੁਝ ਬਾਹਰ ਕੱਢਿਆ ਸੀ ਖਾਲਸਾ ਜੀ। ਉਹ ਤਤ ਕੀਤਾ ਸੀ, ਤਤ ਸਿਧਾਂਤ ਬਾਹਰ ਕੱਢ ਲਿਆ। ਇਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਨੇ ਸਾਰੀ ਦੁਨੀਆ ਦੇ ਗਿਆਨ ਵਿੱਚੋਂ ਰੂਹਾਨੀ ਰਸ ਬਾਹਰ ਕੱਢ ਲਿਆ ਹੈ। ਜੋ ਸਾਰੀ ਦੁਨੀਆ ਦਾ ਗਿਆਨ ਹੈ, ਅਲਹਾਮ ਜਿਵੇਂ ਜਿਵੇਂ ਹੋਇਆ, ਜੈਸੀ ਮੈਂ ਆਵੇ ਕਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਉਹ ਐਸਾ ਗਿਆਨ, ਐਸਾ ਤਤ ਨਿਚੋੜ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ, ਇਹ ਚਾਰ ਗੁਰੂ ਸਾਹਿਬਾਨ ਨੇ ਇਹ ਤਤ ਨਿਚੋੜ ਕੱਢਿਆ ਹੈ। ਸ਼੍ਰੀ ਨਾਨਕ ਸ਼੍ਰੀ ਅੰਗਦ ਨਾਮੋ। ਧੰਨ ਗੁਰੂ ਨਾਨਕ ਮਹਾਰਾਜ
ਅਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ। ਸ਼੍ਰੀ ਗੁਰ ਅਮਰ ਅਪਰ ਸ੍ਰੀ ਰਾਮੋ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਤੇ ਧੰਨ ਗੁਰੂ ਰਾਮਦਾਸ ਮਹਾਰਾਜ। ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ। ਐਸੇ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਪ੍ਰਿਥਕ ਪ੍ਰਿਥਕ ਲਿਖ ਇਨਕੀ ਬਾਣੀ। ਭਾਈ ਸਾਹਿਬ ਜੀ ਸਭ ਦੀ ਬਾਣੀ ਵੱਖਰੀ ਵੱਖਰੀ ਕਰਕੇ ਲਿਖੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਿਦਵਾਨ ਮਹਾਂਪੁਰਸ਼ ਇਹ ਵੀ ਕਹਿੰਦੇ ਹਨ, ਉਹ ਜਿਹੜੀ 4 ਪੋਥੀਆਂ ਆਈਆਂ ਸੀ ਨਾ, ਉਹਨਾਂ 'ਚ ਮਹੱਲਾ ਸ਼ਬਦ ਨਹੀਂ ਸੀ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ ਨਹੀਂ ਸੀ। ਤੇ ਸਤਿਗੁਰੂ ਜੀ ਨੇ ਉਦੋਂ ਮਹਾਰਾਜੇ ਨੇ ਸਾਰੇ ਸ਼ਬਦ ਖੁੱਲੇ ਹੀ ਲਿਖੇ ਸਨ। ਖਾਲਸਾ ਜੀ ਭਗਤਾਂ ਦੇ ਸ਼ਬਦ ਵੀ ਕਈ ਜਿੱਥੋਂ ਮਿਲ ਗਏ ਨਾਲ ਪੋਥੀਆਂ ਲਿਖਦੇ ਰਹੇ ਮਹਾਰਾਜ। ਮਹੱਲਾ ਸ਼ਬਦ ਨਹੀਂ ਪਾਇਆ ਮਹਾਰਾਜ ਜੀ ਨੇ। ਇਹ ਮਹਾਂਪੁਰਸ਼ਾਂ ਦੀ ਵਿਚਾਰ ਹੈ। ਇਹ ਤਾਂ ਕਹਿ ਰਹੇ ਹਨ ਪ੍ਰਥਕ ਪ੍ਰਥਕ ਵੱਖ ਵੱਖ ਕਰਕੇ ਵੀ ਮਹੱਲਾ ਪਹਿਲਾ ਪਾ ਦੇਣਾ। ਜਿਹੜੇ ਸ਼ਬਦ ਆਣਗੇ ਪਹਿਲੇ ਪਾਤਸ਼ਾਹ ਦੇ, ਉੱਥੇ ਮਹੱਲਾ ਪਹਿਲਾ, ਮਹੱਲਾ ਤੀਜਾ, ਮਹੱਲਾ ਚੌਥਾ। ਕਿਉਂਕਿ ਮਹੱਲਾ ਦੂਜੇ ਦੇ ਕੇਵਲ ਸ਼ਲੋਕ ਹਨ, 63 ਸ਼ਲੋਕ, ਉਹ ਵਾਰਾਂ ਵਿੱਚ ਹੀ ਆਉਣਗੇ। ਇਸ ਕਰਕੇ ਜਿੱਥੇ ਜਿੱਥੇ ਜੋ ਢੁਕਵਾਂ ਮਹੱਲਾ ਬਣਦਾ ਹੈ, ਤੁਸੀਂ ਆਪੇ ਹੀ ਵੱਖਰੀ ਤਰ੍ਹਾਂ ਲਾ ਕੇ ਲਿਖ ਦੋ। ਪਠ ਕਰ ਆਪ ਲਿਓ ਪਹਿਚਾਨੀ। ਤੇ ਪੜ ਕੇ ਆਪੇ ਪਛਾਣ ਲਓ ਕਿਹੜਾ ਮਹੱਲਾ ਪਹਿਲਾ ਹੈ, ਕਿਹੜਾ ਮਹੱਲਾ ਦੂਜਾ ਹੈ, ਕਿਹੜਾ ਮਹੱਲਾ ਤੀਜਾ। ਗੁਰੂ ਅਮਰਦਾਸ ਮਹਾਰਾਜ ਦੀ ਕਿਹੜੀ ਬਾਣੀ ਹੈ, ਤੁਸੀਂ ਆਪੇ ਹੀ ਪੜ ਕੇ ਵਿਚਾਰ ਕਰਕੇ ਲਿਖੋ ਤਾਂ ਸਹੀ। ਸੁਨ ਪਾਈ ਗੁਰਦਾਸ ਉਚਾਰੀ। ਜਦੋਂ ਭਾਈ ਸਾਹਿਬ ਨੇ ਸੁਣਿਆ ਹੱਥ ਜੋੜ ਲਏ। ਮਹਾਰਾਜ ਮੇਰੇ 'ਚ ਕੀ ਸਮਰੱਥਾ ਹੈ? ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਕਹਾ ਬੁੱਧ ਪ੍ਰਭੂ ਇਤੀ ਹਮਾਰੀ। हे महाराज मेरे च इतनी बुद्धि नहीं, कहाँ बुद्ध प्रभ तुच्छ हमारी। साडी बुद्धि महाराज बहुत थोड़ी है। मैं अल्पज्ञ जीव किम जानो। मैं सतगुरु जी अल्पज्ञ जीव हाँ, तुच्छ बुद्धि वाला जीव हाँ, किवें जाणांगा ਕਿਹੜੀ ਬਾਣੀ ਗੁਰੂ ਨਾਨਕ ਮਹਾਰਾਜ ਜੀ ਦੀ ਹੈ, ਕਿਹੜੀ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹੈ, ਕਿਹੜੀ ਬਾਣੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੈ। ਸਤਿਗੁਰੂ ਜੀ ਮੈਂ ਕਿਵੇਂ ਜਾਣਾਂਗਾ? ਗੁਰ ਕੀ ਕਿਰਾ ਅਗਮ ਗਤ ਮਾਨੋ। हे ਸਤਿਗੁਰੂ ਜੀ ਗੁਰੂ ਕੀ ਬਾਣੀ ਤਾਂ ਅਗਮ ਹੈ। ਅਗਮ ਦਾ ਆਖਰੀ ਅਰਥ ਹੈ ਮਨ ਦੀ ਪਹੁੰਚ ਤੋਂ ਪਰੇ ਹੈ। ਮਨ ਸੋਚਦਾ ਹੈ ਵੀ ਕਿਹੜੀ ਗੁਰੂ ਦੀ ਬਾਣੀ ਹੋਵੇਗੀ, ਉਹ ਮਨ ਦੀ ਪਹੁੰਚ ਤੋਂ ਹੀ ਪਰੇ ਹੈ ਨਾ। ਗੁਰੂ ਕੀ ਬਾਣੀ ਇਹ ਅਗਮ ਹੈ। ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿੱਥੇ ਧੁਰ ਹੁੰਦਾ ਨਾ ਉਹ ਮਨ ਤੋਂ ਪਰੇ ਹੁੰਦਾ। ਖਾਲਸਾ ਜੀ ਇਹ ਐਸਾ ਇਲਹਾਮ ਹੈ ਜਿੱਥੇ ਮਨ ਬੁੱਧੀ ਇਹ ਕਾਰਜ ਨਹੀਂ ਕਰਦੇ। ਜਦੋਂ ਮਨ ਬੁੱਧੀ ਦਾ ਹੰਕਾਰ ਖਤਮ ਹੋ ਜਾਵੇ ਨਾ, ਉਦੋਂ ਥੋੜੀ ਬਖਸ਼ਿਸ਼ ਹੁੰਦੀ ਹੈ। ਇਸ ਕਰਕੇ ਮਹਾਰਾਜ ਜੀ ਗੁਰੂ ਦੀ ਬਾਣੀ ਅਗਮ ਹੈ। ਮੇਰੀ ਬੁੱਧੀ ਤੋਂ, ਮੇਰੇ ਮਨ ਤੋਂ ਮਹਾਰਾਜ ਇਹਦੀ ਪਹੁੰਚ ਤੋਂ ਪਰੇ ਹੈ। ਰਿਦਾ ਅਗਾਧ ਆਬਾਦ ਗੰਭੀਰਾ। ਸਤਿਗੁਰੂ ਜੀ ਗੁਰੂ ਦਾ ਹਿਰਦਾ ਤੇ ਬੜਾ ਅਗਾਧ ਹੈ, ਡੂੰਘਾ ਹੈ। ਇਤਨਾ ਗੰਭੀਰ ਹੈ ਮਹਾਰਾਜ, ਜਿਤਨਾ ਡੂੰਘਾ ਜਾਈ ਜਾਓ ਉਤਨਾ ਆਨੰਦ ਵੱਖਰਾ ਹੀ ਆਉਂਦਾ ਹੈ। ਖਾਲਸਾ ਜੀ ਕਦੀ ਪੜ੍ਹਨਾ ਜਪਜੀ ਸਾਹਿਬ ਅਸੀਂ ਸਾਰੇ ਰੋਜ਼ ਪੜ੍ਹਦੇ ਹਾਂ। ਸਾਹਿਬ ਮੇਰਾ ਨੀਤ ਨਵਾ, ਰੋਜ਼ ਪੜ੍ਹੀ ਜਾਓ, ਰੋਜ਼ ਵੱਖਰਾ ਹੀ ਆਨੰਦ ਆਵੇਗਾ। ਇੱਕ ਪੁਸਤਕ, ਆਮ ਕਿਤਾਬ, ਆਮ ਬੁੱਕ ਤੁਸੀਂ ਰੋਜ਼ ਪੜ੍ਹੋ ਨਾ, ਰੋਜ਼ ਬੋਰ ਹੋ ਜਾਓਗੇ। ਪਰੇ ਕਰੋ ਇਹਨੂੰ, ਮਹੀਨਾ ਹੋ ਗਿਆ ਰੋਜ਼ ਹੀ ਪੜ੍ਹ ਰਹੇ ਇਹਨੂੰ, ਬਸ ਥੱਕ ਗਿਆ ਮੈਂ ਪੜ੍ਹ ਕੇ। ਤੇ ਜਪਜੀ ਸਾਹਿਬ ਲਗਭਗ ਕਿਤਨੇ ਸਾਲ ਹੋ ਗਏ? 416 ਸਾਲ ਹੋ ਗਏ ਜਦੋਂ ਮਹਾਰਾਜ ਜੀ ਦੀ ਬਾਣੀ ਲਿਖਵਾਈ ਸੀ 1604। ਉਦੋਂ ਤੋਂ ਲੈ ਕੇ ਅੱਜ ਤੱਕ ਹਰ ਗੁਰਸਿੱਖ ਰੋਜ਼ ਹੀ ਪੜਦਾ ਹੈ। ਖਾਲਸਾ ਜੀ ਰੋਜ਼ ਨਿਤਨੇਮ ਹੈ। ਸਭ ਤੋਂ ਪਹਿਲਾ ਨੇਮ ਇਹਦਾ ਹੈ ਜਪਜੀ ਸਾਹਿਬ ਜੀ ਦਾ। ਤੇ ਕੋਈ ਗੁਰੂ ਦਾ ਪਿਆਰਾ ਬੋਰ ਨਹੀਂ ਹੁੰਦਾ। ਕਿਉਂ? ਇਹ ਰੋਜ਼ ਆਨੰਦ ਦੇਣ ਵਾਲੀ ਬਾਣੀ ਹੈ।
रोज नवा नवा रस आਉਂਦਾ क्यों गंभीर है ना गहर गंभीरा गुणी गहीरा इतनी गंभीर है अहिल है आनंद देने वाली है जेड़ा जेड़ा पढ़ेगा उन्होंने आप ही आनंद आता है ते भाई साहब यही बेनती करते महाराज मेरी बुद्धि तुच्छ है सतगुरु जी मैं किवें जानदा हां कि गुरु दी बाणी केड़ी है केड़े पहले पातशाह दी बाणी है दूजे पातशाह दी केड़ी बाणी महाराज मैं नहीं जानदा ये बाणी बहुत गंभीर है गिरा रूप सोई गुर धीरा ते गिरा रूप गुरु की बाणी ये धीरजवान गुरु दी बाणी है ये हौसले नू पैदा करने वाली बाणी है ये सहज देने वाली बाणी है खालसा जी आखो सतनाम श्री वाहिगुरू आनंद साहब की 18वीं पौड़ी कर्मी सहज ना उपजै विण सहजै सहसा ना जाए सहज बाणी सहज रूप है ना ਅਸੀਂ ਕਹਿੰਦੇ मैं ये पाठ कर लवां फिर मैनू आनंद आ जाएगा अजे पाठ ते गिनती ते लग्या है बाणी ते अंदर तो खूबसूरता सही मैं ये काम कर लवां फिर मैं थोड़ा सहज विच आ जाऊंगा कदी काम द्वारा बंदे नू सहज आना ही नहीं खालसा कर्मी सहज ना उपजै सहज आनंद टिका नहीं आना बाणी सहज वाली है बाणी दे अंदर खुब आपे सहज आ जाएगा जप वाहिगुरु 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 देखो यही सहज देने वाला है गुरबाणी भी नाम रूप है नाम ही गुरबाणी आपे समझ आ जाएगी जाप करदे करदे गुरबाणी यही कहती है ना केवल नाम जपो रे प्राणी नाम जप बंदिया नाम वाहिगुरु जपी जा आपे तेरे अंदर सहज आ जावेगा ब्रह्मादिक लख सके न को सतगुरु जी मैं तक जीव हां तुच्छ बुद्धि वाला चलो मेरी गल छड्डो ब्रह्मा आदिक भी वड्डे देवते तीन मन्ने जांदे ब्रह्मा विष्णु शिव जी चौथा है इंद्र जो सब देवतियां दा राजा है महाराज वो सारे देवी देवते भी मोह में कहाँ इति मत हो सतगुरु जी वो देवी देवते भी बाणी बारे कुछ नहीं बोल सकते क्योंकि छोटे हैं वो एक शक्तियां हैं ये तीन शक्तियां हैं माया दिया एका माई जुगत व्याई तीन चेले परवान एक संसारी एक भंडारी एक लाए दी बाण ये तीन शक्तियां हैं रजोगुण तमोगुण सतोगुण ये बंदे दे अंदर हैं शक्तियां ये तीनों देवते अंदर हैं बंदे दे फिर बंदा बड़ा हो गया ना इन्हां तो बंदा बड़ा हो गया इन्हां तो कि बंदे अंदर तीनों देवते अंदर आके लुक के बह गए खालसा जी इस करके महाराज ये देवते भी छोटे हैं ये बाणी इन्हां तो होर अगाध है महाराज डूंगी बहुत वड्डी है ਇਹਦਾ ਤੁਛ ਜੀਵ ਹੋਣਗੇ ਮਹਾਰਾਜ ਸ਼ਕਤੀਆਂ ਲੈ ਕੇ ਆਏ ਥੋੜੇ ਥੋੜੀਆਂ ਜੋ ਰੱਬ ਨੇ ਜਿਤਨੂੰ ਸ਼ਕਤੀ ਬਖਸ਼ਿਸ਼ ਕੀਤੀ ਇਹਨੂੰ ਕੰਮ ਲਾਇਆ ਭਾਈ ਬ੍ਰਹਮਾ ਤੂੰ ਇਹ ਕੰਮ ਕਰੀ ਜਾ ਆਪਣੀ ਡਿਊਟੀ ਨਿਭਾ ਤੇਰਾ ਕੰਮ ਹੈ ਰਜੋਗੁਣ ਸਾਰੀ ਦੁਨੀਆ ਦੀ ਪਰਵਰਿਸ਼ ਤੂੰ ਕਰਨੀ ਹੈ ਸਭ ਦੇ ਅੰਦਰ ਬੈਠ ਕੇ ਸਾਰੀ ਦੁਨੀਆ ਦੀ ਪਰਵਰਿਸ਼ ਤੂੰ ਕਰਨੀ ਹੈ ਸਭ ਦੇ ਅੰਦਰ ਬੈਠ ਕੇ ਉਹ ਬਣ ਗਿਆ ਕਾਮ ਰੂਪ ਕਾਮਨਾ ਬਣ ਗਈ कामना ही तू पति करनी विष्णु जी सब दे अंदर बैठ के तुसी रोजी रोटी आपे देनी है देने वाला मैं ही हाँ तुहाडे पिछे मैं हाथ रख के बैठा वा सेवा अगे तुसी निभाओ फिर वो बन गया सतोगुण किसी दा भला करना किसी दी परवरिश करनी बंदा ही करता है बंदा ही रब दा प्यारा है ते शिव जी भोले शंकर जी ध्यान रखना तुहाडा भी कोई काम है हाँ जी की काम है जी भोले शंकर जी तू सब नूं तुसीं नाश करना है तुसीं काल दे देवते हो दुनिया विच आज सब तो ज्यादा मंदिर किहदे हन शिव जी दे मंदिर हन सब डरदे उस तो काल तो मौत तो
ਪਰ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਪਰੇ ਕਰ ਦੋ ਇਹਨਾਂ ਨੂੰ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾ। ਸਾਡਾ ਕਾਲ ਸਭ ਤੋਂ ਵੱਡਾ ਹੈ। ਇਹ ਵੀ ਸਾਡੇ ਅੰਦਰ ਰੱਖਦਾ ਹੈ ਮਹਾਰਾਜ, ਸਾਡੇ ਅੰਦਰ ਬਿਠਾਤਾ ਹੈ। ਕਾਲ ਵੀ ਬੰਦੇ ਦੇ ਅੰਦਰ ਹੈ। ਇਸ ਕਰਕੇ ਮਨਾ ਤੂੰ ਜੋਤ ਰੂਪ ਹੈ, ਸਭ ਦੇਵੀ ਦੇਵਤੇ ਤੇਰੇ ਅੰਦਰ ਹਨ ਖਾਲਸਾ ਜੀ। ਮਨਸਾ ਕਹਿੰਦੇ ਮਨਸਾ ਦੇਵੀ, ਮਨ ਦੀ ਇੱਛਾ ਹੀ ਤਾਂ ਮਨਸਾ ਦੇਵੀ ਹੈ। ਨੈਣਾ ਦੇਵੀ, ਇਹ ਅੱਖਾਂ ਨੈਣ ਹਨ। ਨੈਣਾ ਦੇਵੀ ਕਹਿੰਦੇ ਆ ਜਿਹੜੀ ਅਨੰਦਪੁਰ ਸਾਹਿਬ ਦੇ ਉੱਤੇ ਦੇਵੀ ਬਣੀ ਹੈ, ਨੈਣਾ ਦੇਵੀ ਜੀ। ਉਹ ਨੈਣ ਕਹਿੰਦੇ ਅੱਖਾਂ ਦੀ ਜਿਹੜੀ ਜੋਤ ਬਾਹਰ ਆ ਰਹੀ ਹੈ, ਉਹ ਨੈਣਾ ਦੇਵੀ ਇਹ ਵੀ ਬੈਠੀ ਸਾਡੇ ਅੰਦਰ ਹੀ ਬੈਠੀ ਹੈ। ਸਭ ਦੇਵੀ ਦੇਵਤੇ ਮਨੁੱਖ ਦੇ ਅੰਦਰ ਹਨ। ਤੇ ਬੰਦਾ ਕਿੰਨਾ ਵੱਡਾ ਹੋ ਗਿਆ, ਸਭ ਤੇ ਰਾਜ ਕਰ ਰਿਹਾ ਖਾਲਸਾ ਜੀ। ਉਹ ਜੋਤ ਰੂਪ ਹੈ ਜੋ ਅਕਾਲ ਪੁਰਖ ਸਭ ਤੇ ਰਾਜ ਕਰ ਰਿਹਾ ਹੈ। ਉਹ ਜੋਤ ਰੂਪ ਕੀ ਹੈ? ਸਭ ਨੂੰ ਚਲਾਉਣ ਵਾਲਾ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਮਹਾਰਾਜ ਮੈਂ ਤਾਂ ਤੁਸ ਜੀਵਾਂ, ਇਹ ਵੱਡੇ ਵੱਡੇ ਦੇਵੀ ਦੇਵਤੇ ਜਿਹੜੇ ਖਵਾਉਂਦੇ ਕਿ ਮੈਂ ਵੱਡਾ ਵਾਂ, ਪਰ ਉਹ ਵੀ ਰੱਬ ਦੇ ਸਾਹਮਣੇ ਕੀੜੇ ਵਾਂਗ ਵੀ ਨਹੀਂ, ਕੀੜੇ ਤੋਂ ਵੀ ਛੋਟੇ ਹਨ। ਜੇਕਰ ਹੋਵੋ ਆਪ ਸਹਾਈ, ਲਖੋਂ ਤਿਤਕ ਜੋ ਦਿਓ ਲਖਾਈ। हे ਮਹਾਰਾਜ ਜੇ ਤੁਸੀਂ ਕਿਰਪਾ ਕਰ ਦੋ ਤਾਂ ਤੁਸੀਂ ਹੱਥ ਰੱਖ ਦੋ ਮੇਰੇ ਸੀਸ ਤੇ, ਜੋ ਕੰਮ ਕਹੋਗੇ ਮਹਾਰਾਜ ਆਪੇ ਹੋ ਜਾਏਗਾ। ਮੈਂ ਜਾਣ ਲਵਾਂਗਾ ਵੀ ਇਹ ਪਹਿਲੇ ਪਾਤਸ਼ਾਹ ਦੀ ਬਾਣੀ ਹੈ, ਇਹ ਦੂਜੇ ਪਾਤਸ਼ਾਹ ਦੀ ਬਾਣੀ ਹੈ, ਇਹ ਤੀਜੇ ਪਾਤਸ਼ਾਹ ਦੀ ਬਾਣੀ ਹੈ, ਇਹ ਚੌਥੇ ਪਾਤਸ਼ਾਹ ਦੀ ਬਾਣੀ। ਜੇ ਤੁਸੀਂ ਕਿਰਪਾ ਕਰ ਦੋ ਮਹਾਰਾਜ, ਵੈਸੇ ਮੇਰੀ ਬੁੱਧੀ ਤੁੱਛ ਹੈ ਮਹਾਰਾਜ, ਮੈਂ ਨਿਮਾਣਾ ਨਿਤਾਣਾ, ਜੇ ਤੁਸੀਂ ਕਿਰਪਾ ਕਰ ਦੋ ਮਹਾਰਾਜ ਸਭ ਸਮਝ ਆ ਜਾਵੇਗੀ। ਸੁਨ ਪਰ ਸੰਨ ਹੋਏ ਪਰ ਕੋ ਦੀਨਾ, ਸ਼੍ਰੀ ਗੁਰ ਪਰਮ ਕਿਰਪਾਲ ਪ੍ਰਬੀਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਰਮ ਕਿਰਪਾਲੂ ਪ੍ਰਬੀਨ ਨਿਪੁੰਨ ਹਨ। ਸੁਣ ਕੇ ਬੜੇ ਖੁਸ਼ ਹੋਏ ਮਹਾਰਾਜ, ਕਹਿੰਦੇ ਇਹ ਨਿਮਰਤਾ ਹੋਵੇ ਗੁਰਸਿੱਖਾਂ ਦੀ, ਇਹਨੂੰ ਕਹਿੰਦੇ ਨਿਮਰਤਾ। ਮੇਰੀ ਖੱਲੋਂ ਮੋਜੜੇ ਗੁਰਸਿੱਖ ਹਟਾਉਂਦੇ, ਇਹ ਹਨ ਭਾਈ ਗੁਰਦਾਸ ਜੀ। ਸਤਿਗੁਰ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਸ਼ਾਬਾਸ਼ ਬੇਟਾ, ਸ਼ਾਬਾਸ਼ ਭਾਈ ਗੁਰਦਾਸ ਜੀ, ਤੁਸੀਂ ਅੱਜ ਤੋਂ ਵੱਡੇ ਗੁਰਸਿੱਖ ਬਣ ਗਏ ਹੋ। ਤੁਹਾਡੇ ਉੱਤੇ ਮੇਰੀ ਖਾਸ ਬਖਸ਼ਿਸ਼ ਹੈ। ਸਤਿਗੁਰੂ ਜੀ ਕਿਵੇਂ ਵਰ ਦੇਣ ਲੱਗੇ ਹਨ। ਜਥਾ ਪੁੱਤਰ ਹੋਵੇ ਘਰ ਬਾਹਰ। ਸੁਣੋ ਭਾਈ ਸਾਹਿਬ ਜੀ, ਤੁਹਾਨੂੰ ਪਛਾਣ ਗੁਰਬਾਣੀ ਦੀ ਕਿਵੇਂ ਹੋਵੇਗੀ? ਜਿਵੇਂ ਕੋਈ ਪੁੱਤਰ, ਕਿਸੇ ਦਾ ਪੁੱਤਰ ਘਰ ਦੇ ਬਾਹਰ ਹੋਵੇ, ਅੰਤਰ ਮਾਤਾ ਪਿਤਾ ਅਜਾਹਰ। ਤੇ ਅੰਦਰ ਕਮਰੇ ਵਿੱਚ ਬੰਦ ਹੋਣ, ਮਾਤਾ ਹੋਵੇ, ਉਹਦੇ ਪਿਤਾ ਜੀ ਹੋਣ, ਉਹਦਾ ਭੈਣ ਭਰਾ ਹੋਵੇ ਕਮਰੇ ਵਿੱਚ ਹੋਣਾ। ਅਪਰ ਕੁਟੰਬ ਜੋ ਬੋਲੇ ਬਾਤੀ। ਤੇ ਹੋਰ ਜਿਹੜਾ ਸਾਰਾ ਕੁਟੰਬ ਪਰਿਵਾਰ ਹੈ, ਮਾਂ ਪਿਓ ਭੈਣ ਭਰਾ, ਸਾਰਾ ਪਰਿਵਾਰ ਕਮਰੇ ਵਿੱਚ ਹੋਵੇ, ਕੇਵਲ ਪੁੱਤਰ ਬਾਹਰ ਹੋਵੇ। ਜਾਨ ਲਏ ਬਾਲਕ ਬਖਿਆਤੀ। ਜਿਹੜਾ ਬਾਲਕ ਬੱਚਾ ਬਾਹਰ ਹੈ ਜਾਣ ਲੈਂਦਾ ਹੈ ਕਿਹੜਾ ਬੰਦਾ ਅੰਦਰੋਂ ਬੋਲਦਾ ਪਿਆ ਹੈ। ਕੋ ਨਰ ਬੂਝੇ ਅੰਤਰ ਭੌਨ। ਕਿਸੇ ਨੇ ਜਾ ਕੇ ਪੁੱਛਿਆ, ਦੱਸ ਬੇਟਾ ਜੀ ਅੰਦਰ ਕਮਰੇ ਵਿੱਚ ਕੌਣ ਹੈ? ਕੌਣ ਕੌਣ ਬੋਲੇ ਕਹਿ ਤੋਨ। ਦੱਸ ਭਾਈ ਕਿਹੜਾ ਕਿਹੜਾ ਅੰਦਰੋਂ ਬੋਲਦਾ ਪਿਆ? ਦੱਸ ਬੇਟਾ ਜੀ ਇਹ ਕਿਹਦੀ ਆਵਾਜ਼ ਆ ਰਹੀ ਹੈ ਅੰਦਰੋਂ? ਤਬ ਬਾਲਕ ਸੁਨ ਜੋਨ ਅਲਾਵੇ। ਤਾਂ ਫਿਰ ਬੱਚਾ ਸੁਣਦਾ ਹੈ, ਜਿਹਦੀ ਆਵਾਜ਼ ਸੁਣ ਕੇ ਉਹ ਕਹਿੰਦਾ ਹੈ ਪ੍ਰਿਥਕ ਪ੍ਰਿਥਕ ਕਰ ਤਾਹੀਂ ਬਤਾਵੇ। ਤੇ ਪਹਿਲਾਂ ਬੋਲਦਾ ਹੈ ਪਿਓ, ਤੇ ਕੀ ਕਹਿੰਦਾ ਵੀ ਇਹ ਮੇਰੇ ਪਿਤਾ ਦੀ ਆਵਾਜ਼ ਹੈ। ਪ੍ਰਿਥਕ ਪ੍ਰਿਥਕ ਵੱਖ ਵੱਖ ਕਰਕੇ ਦੱਸਦਾ ਹੈ ਕਿ ਇਹ ਮੇਰੇ ਪਿਤਾ ਹੈ, ਇਹ ਮੇਰੀ ਮਾਤਾ ਹੈ, ਇਹ ਮੇਰੀ ਭੈਣ ਹੈ, ਇਹ ਮੇਰਾ ਭਰਾ ਹੈ। ਸਭ ਦੀ ਆਵਾਜ਼ ਪਛਾਣ ਕਰਦਾ ਹੈ। ਏ ਮਮ ਪਿਤਾ ਬਾਕ ਏ ਮਾਤਾ। ਬੇਟਾ ਕਹਿਣ ਲੱਗਾ ਸੁਣੋ ਅੰਕਲ ਜੀ, ਇਹ ਜਿਹੜੀ ਆਵਾਜ਼ ਆ ਰਹੀ ਹੈ ਨਾ, ਮੇਰੇ ਪਿਤਾ ਦੀ ਆਵਾਜ਼ ਹੈ। ਪਿਤਾ ਕੌਣ? ਗੁਰੂ ਨਾਨਕ ਮਹਾਰਾਜ ਜੀ ਦੀ ਆਵਾਜ਼ ਆ ਰਹੀ ਹੈ। ਇਹ ਜਿਹੜੀ ਦੂਜੀ ਆਵਾਜ਼ ਆ ਰਹੀ ਹੈ ਨਾ, ਇਹ ਮੇਰੀ ਮਾਤਾ ਦੀ ਆਵਾਜ਼ ਆ ਰਹੀ ਹੈ, ਗੁਰੂ ਅੰਗਦ ਦੇਵ ਮਹਾਰਾਜ ਦੀ ਆਵਾਜ਼ ਆ ਰਹੀ ਹੈ।
ਇਸ ਤਰ੍ਹਾਂ ਪੁੱਤਰ ਪਛਾਣਦਾ ਹੈ ਕਿ ਇਹ ਆਵਾਜ਼ ਮੇਰੇ ਪਿਤਾ ਦੀ ਹੈ, ਇਹ ਆਵਾਜ਼ ਮੇਰੀ ਮਾਤਾ ਦੀ ਹੈ। ਇਹ ਭਗਨੀ ਬਚ ਏਕੈ ਭਰਾਤਾ, ਤੇ ਇਹ ਆਵਾਜ਼ ਮੇਰੀ ਭੈਣ ਦੀ ਹੈ ਤੇ ਇਹ ਆਵਾਜ਼ ਮੇਰੇ ਭਰਾ ਦੀ ਹੈ। ਇਮ ਸਮਝੇ ਗੋ ਹੋਏ ਸਾਵਧਾਨਾ। ਤੇ ਭਾਈ ਸਾਹਿਬ ਤੁਹਾਨੂੰ ਇਸ ਤਰ੍ਹਾਂ ਸਮਝ ਆ ਜਾਏਗੀ ਸਭ ਕੁਝ। ਤੁਹਾਡਾ ਪ੍ਰੇਮ ਇਤਨਾ ਹੈ ਗੁਰਬਾਣੀ ਨਾਲ, ਜਿਵੇਂ ਬੱਚੇ ਦੀ ਪ੍ਰੇਮ ਦੀ ਅਵਸਥਾ ਹੁੰਦੀ, ਉਹਦੀ ਮਾਂ, ਉਹਦਾ ਪਿਤਾ, ਉਹਦੇ ਭੈਣ, ਉਹਦੇ ਭਰਾ ਨਾਲ ਕਿਤਨਾ ਪਿਆਰ ਹੁੰਦਾ ਹੈ। ਤੁਹਾਡਾ ਇਤਨਾ ਪਿਆਰ ਹੈ ਗੁਰਬਾਣੀ, ਤੁਸੀਂ ਆਪੇ ਪਛਾਣ ਲਓਗੇ ਕਿ ਇਹ ਬਾਣੀ ਗੁਰੂ ਨਾਨਕ ਮਹਾਰਾਜ ਦੀ ਹੈ, ਇਹ ਬਾਣੀ ਗੁਰੂ ਅੰਗਦ ਦੇਵ ਮਹਾਰਾਜ ਦੀ ਹੈ, ਇਹ ਬਾਣੀ ਗੁਰੂ ਅਮਰਦਾਸ ਮਹਾਰਾਜ ਦੀ ਹੈ, ਤੇ ਇਹ ਬਾਣੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ। ਲਿਖ ਗੁਰਬਾਣੀ ਸੁਫਲ ਮਹਾਨਾ। ਤੁਸੀਂ ਗੁਰਬਾਣੀ ਲਿਖੋ, ਸੁਫਲ ਫਲ ਬਹੁਤ ਜ਼ਿਆਦਾ ਮਿਲੇਗਾ, ਮਹਾਨ ਫਲ ਮਿਲਦਾ ਹੈ। ਇਮ ਸੁਨ ਕੇ ਭਾਈ ਗੁਰਦਾਸੂ। ਕਿਉਂਕਿ ਖਾਲਸਾ ਜੀਓ ਲਿਖਤੀ ਕੁਲ ਤਾਰਿਆ ਜੀਓ, ਜਿਹੜੇ ਲਿਖੇ ਗੁਰਬਾਣੀ ਲਿਖਦੇ ਹਨ ਨਾ ਸ਼ਬਦ ਬਣਾ ਬਣਾ ਕੇ, ਭਾਵੇਂ ਜਿਹੜੇ ਅੱਜ ਵੀ ਕਈ ਬਾਣੀ ਦੀ ਬੀੜਾ ਲਿਖ ਰਹੇ ਹਨ, ਉਹ ਧਨ ਹਨ, ਸਤਿਕਾਰਯੋਗ ਹਨ ਖਾਲਸਾ ਜੀਓ। ਸੇ ਹਸਤ ਪਵਿੱਤਾ, ਉਹਨਾਂ ਦੇ ਹੱਥ ਪਵਿੱਤਰ ਹਨ। ਤੇ ਧੰਨ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਸਾਰੀ ਬਾਣੀ ਆਪਣੇ ਹੱਥੀ ਲਿਖੀ ਹੈ ਪਹਿਲੀ ਵਾਰੀ, ਤੇ ਧੰਨ ਹਨ, ਧੰਨ ਹਨ। ਧਰਿਓ ਸੀਸ ਪਗ ਪੰਕਜ ਪਾਸੂ। ਜਦੋਂ ਸੁਣਿਆ ਭਾਈ ਸਾਹਿਬ ਨੇ ਤੇ ਗੁਰੂ ਚਰਨਾਂ ਤੇ ਮੱਥਾ ਟੇਕਿਆ ਹੈ। ਕਿਰਪਾ ਦ੍ਰਿਸ਼ਟ ਗੁਰ ਕੀ ਤਬ ਪਾਈ, ਤੀਨ ਕਾਲ ਗਿਆਤਾ ਹੋਏ ਆਈ। ਬਸ ਜਦੋਂ ਮੱਥਾ ਟੇਕਿਆ ਗੁਰੂ ਚਰਨਾਂ ਵਿੱਚ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਉਹ ਅਵਸਥਾ ਆ ਗਈ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜੋ ਪਾਨੀ ਸੰਗ ਪਾਨੀ। ਲੀਨ ਹੋ ਗਏ, ਜੁੜ ਗਏ। ਬਸ ਲੀਨ ਮਰਨਾ ਨਹੀਂ, ਇੱਥੇ ਜੁੜ ਗਏ ਭਾਈ ਸਾਹਿਬ, ਜੁੜ ਕੇ ਗੁਰੂ ਨਾਨਕ ਮਹਾਰਾਜ ਜੀ ਨਾਲ, ਜੁੜ ਕੇ ਰੱਬ ਨਾਲ, ਇਤਨਾ ਜੁੜੇ ਕਿ ਬਸ ਉਸੇ ਵੇਲੇ ਬਖਸ਼ਿਸ਼ ਹੋ ਗਈ, ਸਾਰੇ ਕਪਾਟ ਖੁੱਲ ਗਏ ਹਨ। ਕਾਗਦ ਕੇ ਸੁਧਾਰ ਕਰ ਪਤਰੇ। ਤੇ ਭਾਈ ਸਾਹਿਬ ਨੇ ਮਹਾਰਾਜ ਜੀ ਦੀ ਸੇਵਾ ਕਰਨੀ ਸ਼ੁਰੂ ਕੀਤੀ ਖਾਲਸਾ ਜੀ। ਵੱਖ ਵੱਖ ਕਾਗਜ਼, ਕਸ਼ਮੀਰੀ ਕਾਗਜ਼, ਦੇਸੀ ਕਸ਼ਮੀਰੀ ਕਾਗਜ਼ ਲੈ ਕੇ ਉਹਦੇ ਪੱਤਰੇ ਬਣਾ ਕੇ, ਪੱਤਰਾ ਕਹਿੰਦੇ ਇੱਕ ਇੱਧਰ ਤੇ ਇੱਧਰ, ਅਸੀਂ ਕਹਿੰਦੇ ਨਾ ਅੰਗ ਇੱਕ ਤੇ ਅੰਗ ਦੋ, ਤੇ ਦੋ ਅੰਗਾਂ ਦੇ ਇੱਕ ਪੱਤਰਾ ਬਣਦਾ ਖਾਲਸਾ ਜੀ। ਜਿਵੇਂ ਇਹ ਹੈ ਨਾ, ਇੱਧਰ ਤੇ ਇੱਧਰ ਮਿਲਾ ਕੇ ਬਣੇਗੇ ਇੱਕ ਪੱਤਰਾ। ਪਹਿਲਾਂ ਪੱਤਰੇ ਹੁੰਦੇ ਸਨ, ਅੱਜ ਕੱਲ ਤਾਂ ਅੰਗ ਬਣ ਗਏ 1430 ਅੰਗ, ਪਹਿਲਾਂ ਪੱਤਰੇ ਹੁੰਦੇ ਸਨ। ਹੱਥ ਲਿਖਤ ਸਰੂਪਾਂ ਦੇ ਪੱਤਰੇ ਹਨ 726, 926, 922, ਇਤਨੇ ਪੱਤਰੇ ਹੁੰਦੇ, ਕਈਆਂ ਨੇ ਘੱਟ ਵੀ ਜ਼ਿਆਦਾ ਵੀ। ਜਿਵੇਂ ਲਿਖਾਰੀ, ਜਿਵੇਂ ਜਿਸ ਤੇ ਲਿਖਾਈ ਹੈ, ਕਿਸੇ ਦੀ ਲਿਖਾਈ ਬਰੀਕ ਹੁੰਦੀ ਹੈ, ਉਹ ਪੱਤਰੇ ਘੱਟ ਆਉਂਦੇ, ਲਿਖਾਈ ਕਿਸੇ ਦੀ ਮੋਟੀ ਹੈ, ਪੱਤਰੇ ਜ਼ਿਆਦਾ ਆਉਂਦੇ ਖਾਲਸਾ ਜੀ। ਇਸ ਕਰਕੇ ਭਾਈ ਸਾਹਿਬ ਨੇ ਉਹ ਸਾਰੇ ਪੱਤਰੇ ਚੰਗੀ ਤਰ੍ਹਾਂ ਤਿਆਰ ਕੀਤੇ ਹਨ। ਰੁਚਿਰ ਪ੍ਰਮਾਨ ਕੀਨ ਤਬ ਕਤਰੇ। ਚੰਗੀ ਤਰ੍ਹਾਂ ਕਤਰ ਕਤਰ ਕੇ ਪੱਤਰਿਆਂ ਨੂੰ ਚੰਗੀ ਤਰ੍ਹਾਂ ਸਵਾਰ ਕੇ ਸੋਹਣਾ ਬਣਾਇਆ, ਤੇ ਆਲੇ ਦੁਆਲੇ ਬੜੀ ਸੋਹਣੀ ਵੇਲ ਬਣਾਈ ਹੈ ਖਾਲਸਾ ਜੀ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਜਿਨ੍ਹਾਂ ਨੇ ਪੜ੍ਹਨਾ ਹੋਵੇ ਨਾ ਇਸ ਬਾਰੇ, ਇੱਕ ਕਿਤਾਬ ਛਪੀ ਹੈ ਕਰਤਾਰਪੁਰੀ ਬੀੜ ਦੇ ਦਰਸ਼ਨ। ਭਾਈ ਸਾਹਿਬ ਭਾਈ ਜੋਤ ਸਿੰਘ ਹੋਏ, ਪਹਿਲੇ ਵੀਸੀ ਹਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ, ਉਹਨਾਂ ਨੇ ਲਿਖੀ ਹੈ ਕਰਤਾਰਪੁਰੀ ਬੀੜ ਦੇ ਦਰਸ਼ਨ। ਉੱਥੇ ਜ਼ਿਕਰ ਕੀਤਾ ਵੀ ਕਿਤਨੇ ਪੱਤਰੇ ਹੁੰਦੇ ਸਨ, ਕਿਵੇਂ ਕਿਵੇਂ ਡਿਜ਼ਾਈਨ ਬਣਾਇਆ ਉਹਨਾਂ ਨੇ, ਕਾਗਜ਼ ਦਾ ਹਾਸ਼ੀਆ ਕੀ ਸੀ, ਕਿਤਨਾ ਚੌੜਾ ਕਿਤਨਾ ਲੰਬਾ, ਤੇ ਨੀਲੀ ਵਿੱਚ ਸ਼ਾਹੀ ਬੂਟੀਆਂ ਬਣਾਈਆਂ ਉਹਨਾਂ ਨੇ। ਇਸ ਤਰ੍ਹਾਂ ਬੜਾ ਸੋਹਣਾ ਲਿਖਿਆ ਉਹਨਾਂ ਨੇ ਖਾਲਸਾ ਜੀ। ਤੇ ਇਹੀ ਸਾਰੀ ਤਰਤੀਬ ਕੀਤੀ ਹੈ ਭਾਈ ਗੁਰਦਾਸ ਜੀ ਨੇ। ਬੜੇ ਸੋਹਣੇ ਕਾਗਜ਼ ਲੈ ਕੇ, ਕਸ਼ਮੀਰੀ ਦੇਸੀ ਕਾਗਜ਼ ਲੈ ਕੇ, ਤੇ ਸ਼ਾਹੀ ਕੈਸੀ ਬਣੀ ਕਿ ਦੱਸਣਗੇ ਕਿ ਮਹਾਰਾਜ ਜੀ ਦੇ ਗੁਰੂ ਕੇ ਸਿੱਖਾਂ ਨੇ ਬੜੀਆਂ ਸੋਹਣੀਆਂ ਬੂਟੀਆਂ ਬਣਾਈਆਂ ਆਲੇ ਦੁਆਲੇ।
ਪਾਏ ਨੀਰ ਸਿਆਹੀ ਕਰ ਤਿਆਰੀ ਤੇ ਸ਼ਾਹੀ ਤਿਆਰ ਕੀਤੀ ਵੀ ਸੋਨਾ ਪਾ ਕੇ ਖਾਲਸਾ ਜੀ। ਕਦੀ ਪੜਨਾ ਪ੍ਰਾਤਨ ਗ੍ਰੰਥਾਂ ਜ਼ਿਕਰ ਆਉਂਦਾ ਹੈ ਸ਼ਾਹੀ ਕੀ ਵਿਧੀ। ਸ਼ਾਹੀ ਦੀ ਵਿਧੀ ਕੀ ਹੈ ਵੀ ਸੋਨਾ ਪੈਂਦਾ ਹੈ, ਚਾਂਦੀ ਪੈਂਦਾ ਹੈ, ਬੜਾ ਕੁਝ ਪੈਂਦਾ ਉਸ ਵਿੱਚ। ਤੇ ਭਾਈ ਸਾਹਿਬ ਨੇ ਸਭ ਉਹ ਸਮੱਗਰੀ ਤਿਆਰ ਕਰਕੇ ਇਹ ਸ਼ਾਹੀ ਬਣਾਈ ਹੈ। ਗੁਰੂ ਸਿਮਰ ਲੇਖਣ ਕਰ ਤਾਰੀ ਤੇ ਯਾਦ ਕੀਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਅੰਗਦ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕਰਕੇ ਉਹ ਲਿਖਾਈ ਸ਼ੁਰੂ ਕੀਤੀ ਹੈ। ਸ਼੍ਰੀ ਅਰਜਨ ਪੋਥੀ ਤਬ ਖੋਲੀ ਹੇਤ ਲਿਖਾਵਨ ਗਿਰਾ ਅਮੋਲੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ। ਖੋਲੀ ਕਹਿੰਦੇ ਪ੍ਰਕਾਸ਼ ਕਰਨਾ। ਜਿਵੇਂ ਕਿ ਜ਼ਿਕਰ ਆਵੇਗਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ। ਤੇ ਭਾਈ ਸਾਹਿਬ ਦੀ ਲਿਖਣ ਨੂੰ ਤਿਆਰ ਹੋ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਸਤਕਾਰ ਸਹਿਤ ਪ੍ਰਥਮ ਸਿਮਰ ਸ਼੍ਰੀ ਨਾਨਕ ਨਾਮੋ ਤੇ ਪਹਿਲਾ ਗੁਰੂ ਨਾਨਕ ਮਹਾਰਾਜ ਜੀ ਨੂੰ ਯਾਦ ਕੀਤਾ ਹੈ। ਨਮੋ ਕੀਨ ਧਰ ਧਿਆਨ ਪਿਰਾਮੋ। ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਨਾਨਕ ਮਹਾਰਾਜ ਜੋਤ ਰੂਪ ਹਰਾਬ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਮਹਾਰਾਜ ਨੂੰ ਯਾਦ ਕਰਕੇ ਸਰੂਪ ਦਾ ਧਿਆਨ ਕੀਤਾ। ਹੁਣ ਜੋਤ ਵੀ ਹਨ, ਸਰੂਪ ਵੀ ਹਨ ਖਾਲਸਾ ਜੀ, ਸਾਰੇ ਸਰੂਪ ਉਹੀ ਹਨ। ਤੇ ਉਹਨਾਂ ਦਾ ਧਿਆਨ ਧਾਰਨ ਕਰਕੇ ਕਿਵੇਂ ਮਹਾਰਾਜ ਬਾਣੀ ਲਿਖਵਾ ਰਹੇ ਹਨ, ਜਪਜੀ ਸਾਹਿਬ ਦੀ ਬਾਣੀ ਅਗਾ ਕਿਵੇਂ ਲਿਖਾਣਗੇ ਮਹਾਰਾਜ, ਉਹ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸ਼੍ਰਵਣ ਕਰਨਾ ਜੀ। ਇਤਨੀਆਂ ਬੇਨਤੀਆਂ ਪ੍ਰਵਾਨ।